ਕਿਸੇ ਦੇ ਕਹਿਣ ਦੇ ਨਾਲ ਜਾਂ ਕਿਸੇ ਦੇ ਬੋਲਣ ਦੇ ਨਾਲ ਕਿਸੇ ਦਾ ਵੀ ਕਬਜ਼ਾ ਐਸਜੀਪੀਸੀ ਤੋਂ ਨਹੀਂ ਹਟਾਇਆ ਜਾਂਦਾ। ਬਕਾਇਦਾ ਇਸ ਦਾ ਵੀ ਇੱਕ ਪ੍ਰੋਸੈਸ ਹੈ, ਵੋਟਾਂ ਦਾ ਪ੍ਰੋਸੈਸ ਹੈ। ਉਹੀ ਵੋਟਾਂ ਦੇ ਪ੍ਰੋਸੈਸ ਨੂੰ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਉਹ ਪ੍ਰੋਸੈਸ ਹੋਊਗਾ ਕਿਵੇਂ। ਆਮ ਸਿੱਖ ਨੂੰ ਜਿੰਨਾ ਚਿਰ ਇਹ ਚੇਤਨਤਾ ਨਹੀਂ ਆਉਂਦੀ ਕਿ ਮੈਂ ਆਪ ਵੋਟਰ ਬਣ ਕੇ ਮੈਂ ਆਪ ਵੋਟ ਪਾਵਾਂ ਆਪਣੇ ਫਰਜ਼ ਨਾਲ, ਔਰ ਜਿਹੜਾ ਸਹੀ ਸੋਚ ਵਾਲਾ ਸਿੱਖ ਮੈਨੂੰ ਨਜ਼ਰ ਆਉਂਦਾ ਉਹਨੂੰ ਪਾਵਾਂ, ਉਹਨਾਂ ਚਿਰ ਤਬਦੀਲੀ ਨਹੀਂ ਲਿਆਈ ਜਾ ਸਕਦੀ। ਸਿਰਫ ਇਹ ਸੋਸ਼ਲ ਮੀਡੀਆ ਦੇ ਉੱਤੇ ਕਹੀ ਜਾਣਾ ਕਿ ਹੁਣ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਮੁਕਤ ਕਰਾਓ ਜੀ, ਉਹਦੇ ਨਾਲ ਨਹੀਂ ਹੋਣੀ। ਉਹਦੇ ਵਾਸਤੇ ਇੱਕ ਪੂਰੀ ਵਿਉਂਤਬੰਦੀ ਕਰਨੀ ਪੈਣੀ ਹੈ। 3 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਆ ਕੇ ਰੁਕ ਜਾਂਦੀ ਹੈ। ਉਸ ਤੋਂ ਬਾਅਦ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਬਹੁਤ ਹੀ ਘਾਤਕ ਸਿੱਧ ਹੋਊਗਾ ਸਿੱਖਾਂ ਵਾਸਤੇ। ਉਸ ਤੋਂ ਬਾਅਦ ਫਿਰ ਇੱਕ ਰੋਸ ਚੱਲਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ। ਜਥੇਦਾਰ ਸਾਹਿਬ ਨੇ ਬਿਆਨ ਦਿੱਤਾ, ਪੂਰੇ ਕੌਮ ਦੇ ਜਥੇਦਾਰ ਨੇ, ਨਾ ਕਿ ਇੱਕ ਸਿਆਸੀ ਪਾਰਟੀ ਦੇ। ਮੈਂ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਣਾ, ਤੁਹਾਡੇ ਸਵਾਲ 'ਤੇ ਤੁਹਾਨੂੰ ਸਵਾਲ ਕਰਨਾ ਹੈ। ਤੁਹਾਨੂੰ ਕਿਹਨੇ ਕਿਹਾ ਕਿ ਕੌਮ ਦੇ ਜਥੇਦਾਰ ਨੇ? ਕਿਹੜੀ ਕੌਮ ਨੇ ਲਾਇਆ ਉਹਨਾਂ ਨੂੰ? ਉਹਨਾਂ ਨੂੰ ਲਾਇਆ ਪ੍ਰਕਾਸ਼ ਸਿੰਘ ਬਾਦਲ ਨੇ, ਜਾਂ ਸੋ ਸੈਡ ਸ਼੍ਰੋਮਣੀ ਕਮੇਟੀ ਨੇ। ਸ਼੍ਰੋਮਣੀ ਕਮੇਟੀ ਉਹ ਕਰਦੀ ਹੈ ਜੋ ਪ੍ਰਕਾਸ਼ ਸਿੰਘ ਬਾਦਲ ਕਹਿੰਦਾ। ਉਹ ਪ੍ਰਕਾਸ਼ ਸਿੰਘ ਬਾਦਲ ਦੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਰਾਹੀਂ, ਥਰੂ ਸ਼੍ਰੋਮਣੀ ਕਮੇਟੀ। ਕਹਿਣ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਪਰ ਅਸਲ ਕਿਉਂਕਿ ਕੰਟਰੋਲ ਸ਼੍ਰੋਮਣੀ ਕਮੇਟੀ ਦੇ ਉੱਤੇ ਬਾਦਲ ਦਲ ਦਾ, ਬਾਦਲ ਧੜੇ ਦਾ, ਤੇ ਉਹਨਾਂ ਦਾ ਜਥੇਦਾਰ ਹੈ ਤੇ ਉਹਨਾਂ ਦੀ ਗੱਲ ਕਰੇਗਾ। ਇਹ ਆਸ ਹੀ ਕਰਨੀ ਕਿ ਉਹ ਆਮ ਸਿੱਖ ਦੀ ਗੱਲ ਕਰੇਗਾ। ਆਮ ਸਿੱਖਾਂ ਨੇ ਥੋੜ੍ਹੀ ਲਾਇਆ। ਜੇ ਕੱਲ੍ਹ ਨੂੰ ਉਤਾਰਨਾ ਤੇ ਆਮ ਸਿੱਖ ਨੇ ਥੋੜ੍ਹੀ ਉਤਾਰਨਾ, ਬਾਦਲ ਨੇ ਉਤਾਰਨਾ, ਉਹਦੇ ਪੁੱਤ ਨੇ ਉਤਾਰਨਾ, ਸ਼੍ਰੋਮਣੀ ਕਮੇਟੀ ਦਾ ਨਾਮ ਵਰਤ ਕੇ। ਇਹ ਇੱਕ ਬੜਾ ਵੱਡਾ ਭਰਮ ਜਾਲ ਹੈ ਕਿ ਜੀ ਕੌਮ ਦਾ ਜਥੇਦਾਰ ਹੈ, ਕੌਮ ਦਾ ਜਥੇਦਾਰ ਫਿਰ ਕੌਮ ਚੁਣੇਗੀ। ਹੁਣ ਜਿਹੜਾ ਤੁਸੀਂ ਕਿਹਾ ਵੀ ਕਿਵੇਂ ਇਹਨਾਂ ਕੋਲੋਂ ਛੁਡਾਈ ਜਾ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਸ ਆਹ ਲਕੂਨਾ ਹੈ। ਆਮ ਸਿੱਖ ਨੂੰ ਇੰਟਰਸਟ ਨਹੀਂ ਹੁੰਦਾ। ਫਿਰ ਬਾਅਦ ਚ ਕਹਿੰਦੇ ਨੇ ਐਸਜੀਪੀਸੀ ਉਹਦੇ ਕਬਜ਼ੇ ਹਟਾ ਚਲੀ। ਜਿਹੜੇ ਸਿੱਖ ਸ਼ਰਾਬ ਪੀਂਦੇ ਨੇ, ਸਿੱਖ ਕੌਮ ਦਾ ਹਿੱਤ ਚਾਹੁੰਦੇ ਨੇ। ਸ਼ਰਾਬ ਪੀਣ ਦੀ ਗਲਤੀ ਕਰ ਰਹੇ ਨੇ ਪਰ ਹਿੱਤ ਚਾਹੁੰਦੇ ਨੇ। ਉਹ ਕਹਿੰਦੇ ਨੇ ਯਾਰ ਮੈਂ ਝੂਠ ਬੋਲ ਕੇ ਕਿਉਂ ਮੈਂਬਰ ਬਣਾ, ਮੈਂ ਝੂਠਾ ਐਫੀਡੇਵਿਟ ਦਿਆਂਗਾ, ਮੈਂ ਸ਼ਰਾਬ ਨਹੀਂ ਪੀਂਦਾ, ਉਹ ਵੋਟਰ ਨਹੀਂ ਬਣਦਾ। ਜਿਹੜੇ ਇਹ ਅਕਾਲੀ ਦਲ ਦੇ ਲੋਕ ਨੇ, ਇਹ ਤੁਸੀਂ ਸ਼ਰਾਬ ਪੀਣ ਵਾਲੀ ਦੀ ਗੱਲ ਛੱਡੋ, ਸ਼ਰਾਬ ਪੀਣ ਵਾਲੇ ਵੀ, ਸਿਗਰਟਾਂ ਪੀਣ ਵਾਲੇ ਵੀ, ਤੰਬਾਕੂ ਪੀਣ ਵਾਲੇ ਵੀ, ਕੇਸ ਕਟਾਉਣ ਵਾਲੇ ਵੀ, ਪਤਿਤ ਵੀ, ਸਭ ਨੂੰ ਵੋਟਰ ਬਣਾਈ ਜਾਂਦੇ ਨੇ। ਹੁਣ ਉੱਥੇ ਇਹ ਪ੍ਰੋਵੀਜ਼ਨ ਤੇ ਹੈ ਕਿ ਪਤਿਤ ਵੋਟਰ ਨਹੀਂ ਬਣ ਸਕਦਾ। ਹੁਣ ਜੋ ਤੁਹਾਨੂੰ ਦੇਖਦੇ ਹੋਣਗੇ ਦਰਸ਼ਕ, ਹੁਣ ਕਈਆਂ ਦੇ ਮਨ ਵਿੱਚ ਸਵਾਲ ਵੀ ਹੋਊਗਾ ਕਿ ਮਨਜਿੰਦਰ ਸਿੰਘ ਸਿੱਸਾ ਕਿਵੇਂ ਬਣ ਜਾਂਦੇ ਨੇ? ਕਿ ਗੁਰਮੁਖੀ ਪੜ੍ਹ ਸਕਦਾ ਹੋਵੇ, ਲਿਖ ਸਕਦਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰ ਸਕਦਾ ਹੋਵੇ, ਔਰ ਇਹ ਪੰਜਾਬੀ ਦੇ ਇਮਤਿਹਾਨ ਦੇ ਵਿੱਚ ਫੇਲ ਹੋ ਗਿਆ ਮਨਜਿੰਦਰ ਸਿੱਸਾ ਜੀ, ਮਨਜਿੰਦਰ ਸਿੰਘ ਸਿੱਸਾ। ਔਰ ਫੇਲ ਹੋਣ ਦੇ ਬਾਅਦ ਵੀ ਸਿਰਫ ਮੈਂਬਰ ਨਹੀਂ ਬਣਿਆ, ਪ੍ਰਧਾਨ ਬਣਿਆ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ। ਬੀਬੀ ਜਗੀਰ ਕੌਰ ਪਹਿਲਾਂ ਪ੍ਰਧਾਨ ਹੁੰਦੇ ਨੇ ਐਸਜੀਪੀਸੀ ਦੇ, ਫਿਰ ਇਲੈਕਸ਼ਨ 'ਚ ਆ ਜਾਂਦੇ ਨੇ, ਫਿਰ ਪ੍ਰਧਾਨ ਹੁੰਦੇ ਨੇ, ਫਿਰ ਇਲੈਕਸ਼ਨ ਵਿੱਚ ਆ ਜਾਂਦੇ ਨੇ। ਕਿ ਇਸ ਤਰੀਕੇ ਦਾ ਵੀ ਕੋਈ ਰੂਲ ਹੈਗਾ? ਐਸਜੀਪੀਸੀ 'ਚ ਪ੍ਰਧਾਨ ਹੋ ਗਿਆ, ਉਹ ਸਿਆਸਤ ਵਾਲੇ ਪਾਸੇ ਨਹੀਂ ਜਾ ਸਕਦਾ। ਜੇ ਉਹ ਸਿਆਸਤ ਵਾਲੇ ਪਾਸੇ ਚਲਾ ਜਾਂਦਾ ਤੇ ਉਹ ਫਿਰ ਬਾਅਦ 'ਚ ਐਸਜੀਪੀਸੀ ਦਾ ਪ੍ਰਧਾਨ ਨਹੀਂ ਬਣ ਸਕਦਾ। ਸਿੱਖ ਦੀ ਸਿਆਸਤ ਧਰਮ ਦੀ ਰੱਖਿਆ ਵਾਸਤੇ ਹੈ, ਧਰਮ ਸਿਆਸਤ ਦੀ ਪ੍ਰਮੋਸ਼ਨ ਵਾਸਤੇ ਨਹੀਂ ਹੈ। ਅੱਜ ਜਿਹੜਾ ਬਾਦਲਾਂ ਦਾ ਹਾਲ ਹੋਇਆ ਇਸ ਕਰਕੇ ਹੋਇਆ ਕਿ ਇਹਨਾਂ ਨੇ ਧਰਮ ਨੂੰ ਸਿਆਸਤ ਦੀ ਪ੍ਰਮੋਸ਼ਨ ਵਾਸਤੇ ਵਰਤਿਆ। ਮੈਂ ਜਿਹੜੇ ਤੁਹਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕਹਾਂਗਾ ਕਿਰਪਾ ਕਰਕੇ ਗੁਰਦੁਆਰਾ ਐਕਟ ਨੂੰ ਪੜ੍ਹਨ। ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਜਿਵੇਂ ਅੱਜ ਹੋ ਰਿਹਾ ਕਿ ਅਕਾਲੀ ਦਲ ਨੂੰ ਇੱਕ ਸਿੰਬਲ ਦੇ ਦਿੱਤਾ, ਤੱਕੜੀ ਦੇ ਦਿੱਤੀ, ਕਿਸੇ ਹੋਰ ਪਾਰਟੀ ਨੂੰ ਦੂਜਾ ਇੱਕ ਸਿੰਬਲ ਦੇ ਦਿੱਤਾ। ਇੱਕ ਪਾਰਟੀ ਦੇ ਤੌਰ ਦੇ ਉੱਤੇ ਉਹ ਪਾਰਟੀ ਗਰੁੱਪ ਜਿਹੜਾ ਉਹ ਆ ਗਿਆ, ਕਾਬਜ਼ ਹੋ ਗਿਆ। ਤੁਸੀਂ ਇੰਡੀਆ ਦੀ ਗੱਲ ਕੀਤੀ, ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਨ ਜਾ ਰਿਹਾ ਸੀ, ਫਿਰ ਉਸ ਵਿੱਚ ਕੀ ਰੁਕਾਵਟਾਂ ਆ ਗਈਆਂ? ਉਹਦੇ ਵਿੱਚ ਬੇਸਿਕ ਰੁਕਾਵਟ ਤੇ ਇਹ ਸੀ ਜੀ ਕਿ ਅਕਾਲੀ ਆਪ ਹੀ ਨਹੀਂ ਸੀ ਚਾਹੁੰਦੇ ਬਣੇ। ਇਹਨਾਂ ਨੇ ਉਹਨੂੰ ਪਰਸੂ ਹੀ ਨਹੀਂ ਕੀਤਾ। ਗੱਲ ਚੱਲੀ ਐਕਟ ਦੇ ਬਾਰੇ, ਇਹਨਾਂ ਨੂੰ ਇਹ ਡਰ ਲੱਗ ਗਿਆ ਕਿ ਅਸੀਂ ਪੰਜਾਬ ਦੇ ਵਿੱਚ ਤੇ ਇਹਨੂੰ ਮੋਬਿਲਾਈਜ਼ ਕਰ ਲੈਂਦੇ ਹਾਂ ਕਿ ਅਸੀਂ ਜਿੱਤ ਜਾਈਏ, ਕਿਤੇ ਉਹ ਨਾ ਹੋਵੇ ਬਾਹਰਲੀਆਂ ਥਾਵਾਂ ਦੇ ਉੱਤੇ ਜਿਹੜੇ ਉੱਥੇ ਦੇ ਸਿੱਖ ਸਾਨੂੰ ਨਾ ਪਸੰਦ ਕਰਨ ਤੇ ਅਸੀਂ ਹਾਰ ਜਾਈਏ। ਤੇ ਜਿਹੜੇ ਦੁਨੀਆ ਦੇ ਵਿੱਚ ਸਿੱਖ ਬੈਠੇ ਨੇ ਉਹਨਾਂ ਦਾ ਵੀ ਤਾਂ ਹੱਕ ਬਣਦਾ। ਉਹ ਵੋਟ ਕਿਵੇਂ ਕਰਨ? ਫਿਰ ਉਹ ਵੋਟ ਕਿਵੇਂ ਕਰਨ? ਬਾਈ ਪੋਸਟਲ ਹੋ ਸਕਦੀ ਕਿ ਨਹੀਂ? ਨਹੀਂ ਹੋ ਸਕਦੀ ਹੈ, ਹੋਣ ਨੂੰ ਸਭ ਕੁਝ ਹੋ ਸਕਦਾ ਹੈ, ਲੇਕਿਨ ਵੱਡੀ ਗੱਲ ਤਾਂ ਇਹ ਵੀ ਨੀਅਤ ਹੋਣੀ ਚਾਹੀਦੀ ਹੈ। ਪਰ ਦੂਸਰੀ ਗੱਲ ਕਿ ਇੰਡੀਆ ਦੀ ਗਵਰਨਮੈਂਟ ਅਲਾਊ ਕਰੇਗੀ ਵੀ ਦੂਜੇ ਮੁਲਕਾਂ ਦੇ ਵਿੱਚੋਂ ਵੀ ਜਿਹੜੇ ਨੇ ਨੁਮਾਇੰਦੇ ਚੁਣੇ ਜਾਣ। ਕਿ 5 ਤਖਤਾਂ ਦੇ ਜਥੇਦਾਰ ਜਿਹੜੇ ਨੇ ਨਾ, ਇਹ ਉੱਥੇ ਜਥੇਦਾਰ ਨਹੀਂ ਲਿਖਿਆ ਹੋਇਆ,
ਪ੍ਰੀਸਟ ਲਿਖਿਆ ਹੋਇਆ, ਪੁਜਾਰੀ। ਆਪਾਂ ਗ੍ਰੰਥੀ ਕਹਿੰਦੇ ਆ। ਆਪਾਂ ਗ੍ਰੰਥੀ ਕਹਿੰਦੇ ਆ, ਅਸੀਂ ਪੁਜਾਰੀ ਸਿਸਟਮ ਨਹੀਂ, ਸਾਡੇ ਗ੍ਰੰਥੀ। ਜਥੇਦਾਰ ਵਾਲਾ ਪ੍ਰੋਵੀਜ਼ਨ ਹੈ ਨਹੀਂ ਉੱਥੇ। ਅੱਜ ਗੱਲਬਾਤ ਕਰਾਂਗੇ ਐਸਜੀਪੀਸੀ ਦੇ ਐਕਟ ਨੂੰ ਲੈ ਕੇ। ਇਸ ਉੱਪਰ ਚਰਚਾ ਕਰਾਂਗੇ ਕਿਉਂਕਿ ਕਈ ਇਹੋ ਜਿਹੇ ਸਿੱਖ ਵੀ ਹੈਗੇ ਨੇ ਜੋ ਐਸਜੀਪੀਸੀ ਦੇ ਚੋਣਾਂ ਦੇ ਵਿੱਚ ਜ਼ਿਆਦਾ ਰੁਚੀ ਨਹੀਂ ਲੈਂਦੇ। ਕਿਸੇ ਨੂੰ ਪਤਾ ਵੀ ਨਹੀਂ ਹੋਣਾ ਐਸਜੀਪੀਸੀ ਦੇ ਚੋਣਾਂ ਦੇ ਵਿੱਚ ਜਾ ਕੇ ਕਿਵੇਂ ਉੱਥੇ ਜਥੇਦਾਰ ਬਣਾਏ ਜਾਂਦੇ ਨੇ ਜਾਂ ਕਿਵੇਂ ਉੱਥੇ ਮੈਂਬਰ ਚੁਣੇ ਜਾਂਦੇ ਨੇ। ਬਹੁਤ ਘੱਟ ਸਿੱਖ ਕੌਮ ਜੋ ਹੈ ਇਸ ਵਿੱਚ ਰੁਚੀ ਲੈਂਦੀ ਹੈ, ਕਿਉਂਕਿ ਜੇ ਪਤਾ ਹੁੰਦਾ ਪ੍ਰੋਸੈਸ ਕੀ ਹੈ ਜਾਂ ਪਤਾ ਹੁੰਦਾ ਵੀ ਕਿਸ ਤਰੀਕੇ ਦੇ ਨਾਲ ਉੱਥੇ ਮੈਂਬਰ ਜੋ ਭੇਜਣੇ ਨੇ, ਕਿਵੇਂ ਵੋਟ ਹੋਣੀ ਹੈ, ਵੋਟ ਦਾ ਪ੍ਰੋਸੈਸ ਕੀ ਹੈ, ਕਿਉਂ ਨਹੀਂ ਅਸੀਂ ਇਸ ਵਿੱਚ ਜਾ ਕੇ ਵੋਟਾਂ ਪਾਉਂਦੇ, ਵੋਟਾਂ ਪਾਉਣ ਦੇ ਨਾਲ ਨੁਕਸਾਨ ਕੀ ਹੈ, ਕੀ ਨਿਯਮ ਨੇ, ਕੀ ਕਾਨੂੰਨ ਨੇ, ਸ਼ਾਇਦ ਬਹੁਤ ਹੀ ਘੱਟ ਇਹ ਸਿੱਖਾਂ ਨੂੰ ਪਤਾ ਹੋਵੇ। ਕਿਉਂਕਿ ਕੋਈ ਵੀ ਮੈਂਬਰ ਚੁਣਿਆ ਜਾਂਦਾ ਤੁਹਾਡੇ ਹਲਕੇ ਦੇ ਵਿੱਚ, ਉਸ ਦੀ ਕੀ ਜਾਣਕਾਰੀ ਹੈ, ਉਸ ਨੂੰ ਲੈ ਕੇ ਕਿਹੜੀਆਂ ਜਾਣਕਾਰੀਆਂ ਹੋਣੀਆਂ ਚਾਹੀਦੀਆਂ ਨੇ, ਔਰ ਉਸ ਦਾ ਕਿਸ ਤਰੀਕੇ ਨਾਲ ਸਿੱਖੀ ਰੂਪ ਵਿੱਚ ਹੋਣਾ ਜ਼ਰੂਰੀ ਹੈ। ਐਸਜੀਪੀਸੀ ਦੇ ਮੈਂਬਰ ਜਿਹੜੇ ਚੁਣੇ ਜਾਂਦੇ ਨੇ ਉਸ ਉੱਪਰ ਕਿਹੜੀ ਪਾਬੰਦੀਆਂ ਹੁੰਦੀਆਂ ਨੇ, ਕਿਹੜੇ ਰੂਲ ਹੁੰਦੇ ਨੇ, ਕਿਹੜੇ ਨਿਯਮਾਂ ਦੇ ਤਹਿਤ ਚੋਣ ਕਰਕੇ ਉਹ ਅੱਗੇ ਐਸਜੀਪੀਸੀ ਦੇ ਮੈਂਬਰ ਚੁਣੇ ਜਾਂਦੇ ਨੇ, ਅੱਗੇ ਐਸਜੀਪੀਸੀ ਦੇ ਵਿੱਚ ਭੇਜੇ ਜਾਂਦੇ ਨੇ। ਚਰਚਾ ਇਸ ਉੱਪਰ ਕਰਾਂਗੇ ਕਿਉਂਕਿ ਕਿਸੇ ਦੇ ਕਹਿਣ ਦੇ ਨਾਲ ਜਾਂ ਕਿਸੇ ਦੇ ਬੋਲਣ ਦੇ ਨਾਲ ਕਿਸੇ ਦਾ ਵੀ ਕਬਜ਼ਾ ਐਸਜੀਪੀਸੀ ਤੋਂ ਨਹੀਂ ਹਟਾਇਆ ਜਾਂਦਾ। ਬਕਾਇਦਾ ਇਸ ਦਾ ਵੀ ਇੱਕ ਪ੍ਰੋਸੈਸ ਹੈ, ਵੋਟਾਂ ਦਾ ਪ੍ਰੋਸੈਸ ਹੈ। ਉਹੀ ਵੋਟਾਂ ਦੇ ਪ੍ਰੋਸੈਸ ਨੂੰ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਉਹ ਪ੍ਰੋਸੈਸ ਹੋਊਗਾ ਕਿਵੇਂ। ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਖਾਲਸਾ ਜੀ, ਜੋ ਕਿ ਸਮੇਂ-ਸਮੇਂ 'ਤੇ ਆ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ। ਐਸਜੀਪੀਸੀ ਹੋਵੇ ਚਾਹੇ ਧਾਰਮਿਕ ਕਿਸੇ ਵੀ ਮਸਲੇ ਦੇ ਉੱਤੇ ਹੋਵੇ ਤਾਂ ਗੱਲਬਾਤ ਕਰਦੇ ਨੇ। ਸਾਡੇ ਨਾਲ ਰਜਿੰਦਰ ਸਿੰਘ ਖਾਲਸਾ ਜੀ ਮੌਜੂਦ ਨੇ। ਖਾਲਸਾ ਭਾਈ, ਖਾਲਸਾ ਭਾਈ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ ਤਰੀਕੇ ਨਾਲ ਇਹ ਹੋ ਸਕਦਾ, ਚਾਹੇ ਉੱਥੇ ਕੋਈ ਵੀ ਹੈ, ਕਿਉਂਕਿ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਇੱਕ ਚੀਜ਼ ਚੱਲ ਪੈਂਦੀ ਹੈ, ਲੋਕ ਬੋਲਣਾ ਸ਼ੁਰੂ ਕਰ ਦਿੰਦੇ ਨੇ ਵੀ ਐਸਜੀਪੀਸੀ ਤੋਂ ਉਹਨਾਂ ਦਾ ਕਬਜ਼ਾ, ਉਹਨਾਂ ਨੂੰ ਹਟਾਉਣਾ ਚਾਹੀਦਾ। ਪਰ ਕੋਈ ਵੀ ਵਿਅਕਤੀ ਉੱਥੇ ਕਾਬਜ਼ ਹੁੰਦਾ ਹੈ, ਉਸ ਨੂੰ ਚੋਣਾਂ ਰਾਹੀਂ ਹਰਾਇਆ ਜਾ ਸਕਦਾ ਹੈ। ਉਸ ਦਾ ਪ੍ਰੋਸੈਸ ਕੀ ਹੈ? ਜੇ ਕਿਸੇ ਨੇ ਐਸਜੀਪੀਸੀ ਤੇ ਜਾ ਕੇ ਚੋਣ ਲੜਨੀ ਹੋਵੇ ਜਾਂ ਜਾ ਕੇ ਉੱਥੇ ਭਾਗ ਲੈਣਾ ਹੋਵੇ, ਉਹ ਕਿਹੜੇ ਨਿਯਮ ਨੇ, ਉਹ ਕੀ ਕਾਨੂੰਨ ਕਹਿੰਦਾ? ਵਿਜੇ ਸਿੰਘ ਜੀ, ਇੱਕ ਬੇਸਿਕ ਗੱਲ ਜਿਹੜੀ ਸਮਝਣ ਵਾਲੀ ਹੈ ਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਕਟ ਦੇ ਅਧੀਨ ਬਣੀ ਹੈ, ਜਿਹਨੂੰ ਅਸੀਂ ਸਿੱਖ ਗੁਰਦੁਆਰਾ ਐਕਟ ਆਫ 1925 ਕਹਿੰਦੇ ਹਾਂ। ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਕਾਨੂੰਨ ਹੈ। ਇਹ ਕਾਨੂੰਨ ਬਣਾਉਣਾ ਇਸ ਕਰਕੇ ਪਿਆ ਕਿ ਪਹਿਲਾਂ ਗੁਰਦੁਆਰਿਆਂ 'ਤੇ ਮਹੰਤਾਂ ਦਾ ਕਬਜ਼ਾ ਸੀ। ਉਹਨਾਂ ਨੇ ਸਮੇਂ ਦੀ ਅੰਗਰੇਜ਼ ਸਰਕਾਰ ਦੇ ਨਾਲ ਆਪਣੀ ਗੱਠਜੋੜ ਕੀਤੀ ਹੋਈ ਸੀ। ਉਹਨਾਂ ਨੂੰ ਪ੍ਰਸੰਨ ਰੱਖਦੇ ਸਨ ਅਤੇ ਕੌਮ ਦੀ ਬਰਬਾਦੀ ਕਰ ਰਹੇ ਸਨ, ਸਿਧਾਂਤਕ ਤੌਰ ਦੇ ਉੱਤੇ ਵੀ, ਅਤੇ ਆਰਥਿਕ ਲੁੱਟ ਵੀ ਕਰ ਰਹੇ ਸਨ। ਆਚਰਣਹੀਨਤਾ ਵੀ ਉਹਨਾਂ ਵਿੱਚ ਬਹੁਤ ਜ਼ਿਆਦਾ ਆ ਗਈ ਸੀ, ਜਿਹਦੇ ਕਰਕੇ ਕੌਮ ਨੂੰ ਇੱਕ ਸੰਘਰਸ਼ ਕਰਨਾ ਪਿਆ, ਜਿਹਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਸ਼ਹਾਦਤਾਂ ਹੋਈਆਂ। ਔਰ ਉਹਦੇ ਬਾਅਦ ਗੁਰਦੁਆਰਿਆਂ ਦੀਆਂ ਚਾਬੀਆਂ ਜਿਹੜੀਆਂ ਨੇ ਸਿੱਖ ਕੌਮ ਨੂੰ ਮਿਲੀਆਂ। ਸਿੱਖ ਕੌਮ ਨੂੰ ਗੁਰਦੁਆਰਿਆਂ ਦੀ ਚਾਬੀਆਂ ਮਿਲਣ ਤੋਂ ਬਾਅਦ ਮੇਨ ਮੁੱਦਾ ਇਹੀ ਸੀ ਕਿ ਅੱਗੋਂ ਗੁਰਦੁਆਰਿਆਂ ਦਾ ਪ੍ਰਬੰਧ ਕਿਵੇਂ ਚੱਲੇ। ਉਹਦੇ ਵਾਸਤੇ ਅੰਗਰੇਜ਼ ਸਰਕਾਰ ਨੇ ਸਿੱਖ ਆਗੂਆਂ ਦੀ ਸਹਿਮਤੀ ਨਾਲ, ਉਸ ਵੇਲੇ ਜਿਹੜੇ ਸਿੱਖ ਆਗੂ ਸਨ ਉਹਨਾਂ ਦੀ ਸਹਿਮਤੀ ਨਾਲ ਇੱਕ ਐਕਟ ਬਣਾਇਆ, ਜਿਹਨੂੰ ਅਸੀਂ ਸਿੱਖ ਗੁਰਦੁਆਰਾ ਐਕਟ ਆਫ 1925 ਕਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਇੱਕ ਮੰਦਭਾਗੀ ਗੱਲ ਹੈ ਕਿ ਦੁਨੀਆ ਦੇ ਵਿੱਚ ਇੱਕੋ ਕੌਮ ਹੈ ਜਿਹਦੇ ਧਰਮ ਸਥਾਨਾਂ ਦਾ ਪ੍ਰਬੰਧ ਜਿਹੜਾ ਹੈ ਇੱਕ ਸਰਕਾਰ ਦੇ ਪ੍ਰੋਵੀਜ਼ਨ ਦੇ ਵਿੱਚ ਬਣੀ ਹੋਈ ਬਾਡੀ ਔਰ ਇਲੈਕਸ਼ਨ ਨਾਲ ਚੁਣ ਕੇ ਜਿਹਦਾ ਹੁੰਦਾ ਹੈ। ਦੁਨੀਆ ਦੇ ਵਿੱਚ ਹੋਰ ਕੋਈ ਕੌਮ ਐਸੀ ਨਹੀਂ ਜਿਹਦੇ ਧਰਮ ਸਥਾਨਾਂ ਦਾ ਪ੍ਰਬੰਧ ਜਿਹੜਾ ਹੈ ਇਹੋ ਜਿਹੇ ਇਲੈਕਸ਼ਨ ਸਿਸਟਮ ਨਾਲ ਹੁੰਦਾ ਹੋਵੇ। ਤੁਸੀਂ ਅੰਗਰੇਜ਼ਾਂ ਨੇ ਜਿਨ੍ਹਾਂ ਨੇ ਇਹ ਕਾਨੂੰਨ ਸਾਡੇ ਵਾਸਤੇ ਬਣਾਇਆ, ਉਹਨਾਂ ਨੇ ਆਪਣੇ ਈਸਾਈ ਕੌਮ ਵਾਸਤੇ ਨਹੀਂ ਬਣਾਇਆ, ਚਰਚ ਵਾਸਤੇ ਨਹੀਂ ਬਣਿਆ, ਚਰਚ ਵਾਸਤੇ ਨਹੀਂ ਬਣਿਆ, ਅਤੇ ਸਾਡੇ ਵਾਸਤੇ ਇਹ ਕਾਨੂੰਨ ਬਣ ਗਿਆ। ਚਲੋ ਇਸ ਵੇਲੇ ਚਰਚਾ ਦਾ ਵਿਸ਼ਾ ਨਹੀਂ, ਇੱਕ ਅਲੱਗ ਮੁੱਦਾ। ਉਸ ਐਕਟ ਦੇ ਅਧੀਨ ਜਿਹੜੀਆਂ ਚੋਣਾਂ ਹੁੰਦੀਆਂ ਨੇ, ਹੁਣ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਗੱਲ ਲਿਖੀ ਹੋਈ ਹੈ ਕਿ ਜਿਹੜਾ ਮੈਂਬਰ ਚੁਣਿਆ ਜਾਏਗਾ, ਇਲੈਕਸ਼ਨ ਹੋਏਗਾ। ਅੱਛਾ, ਇਹਦੇ ਵਿੱਚ ਇੱਕ ਹੋਰ ਬੜੀ ਖਾਸ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਿਹੜਾ ਇਲੈਕਸ਼ਨ ਹੋਏਗਾ ਉਹਦੇ ਵਿੱਚ ਇਹ ਲਿਖਿਆ ਹੈ ਕਿ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਆਪਣਾ ਨੋਮੀਨੇਸ਼ਨ ਫਾਈਲ ਕਰ ਸਕਦਾ। ਉਹਦੀਆਂ ਕੁਝ ਕੁਆਲੀਫਿਕੇਸ਼ਨ ਲਿਖੀਆਂ ਨੇ ਕਿ ਉਹ ਸਿੱਖ ਹੋਣਾ ਚਾਹੀਦਾ, ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ।
ਉਹ ਪੰਜਾਬੀ ਪੜ੍ਹ ਲਿਖ ਸਕਦਾ ਹੋਵੇ, ਸ਼ਰਾਬ ਨਾ ਪੀਂਦਾ ਹੋਵੇ, ਪਤਤ ਨਾ ਹੋਵੇ, ਕੋਈ ਇਹੋ ਜਿਹਾ ਹੋਰ ਕੁਕਰਮ ਨਾ ਕਰਦਾ ਹੋਵੇ। ਇਹ ਉਹਦੀਆਂ ਕੁਝ ਕੁਆਲੀਫਿਕੇਸ਼ਨਸ ਲਿਖੀਆਂ ਨੇ। ਉਹ ਇਲੈਕਸ਼ਨ ਲੜ ਸਕਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਮੈਂਬਰ ਬਣ ਸਕਦਾ। ਉਹਦੇ ਨਾਲ ਇੱਕ ਗੱਲ ਜਿਹੜੀ ਮੈਂ ਇਸ ਵੇਲੇ ਜੇ ਤੋਂ ਮੈਂ ਹਾਈਲਾਈਟ ਕਰਨਾ ਚਾਹੁੰਦਾ, ਉਹਦੇ ਵਿੱਚ ਕੋਈ ਵੀ ਪਾਰਟੀ ਪ੍ਰੋਵੀਜ਼ਨ ਨਹੀਂ ਹੈ। ਸਿਆਸੀ ਪਾਰਟੀ, ਸਿਆਸੀ ਜਾਂ ਧਾਰਮਿਕ ਪਾਰਟੀ ਪ੍ਰੋਵੀਜ਼ਨ ਨਹੀਂ ਹੈ ਕਿ ਇੱਕ ਪਾਰਟੀ ਨੂੰ ਇੱਕ ਸਿੰਬਲ ਅਲਾਟ ਹੋਏਗਾ। ਇਹ ਬੜੀ ਖਾਸ ਗੱਲ ਹੈ। ਮੈਂ ਜਿਹੜੇ ਤੁਹਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕਹਾਂਗਾ ਕਿਰਪਾ ਕਰਕੇ ਗੁਰਦੁਆਰਾ ਐਕਟ ਨੂੰ ਪੜ੍ਹਨ। ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ ਜਿਵੇਂ ਅੱਜ ਹੋ ਰਿਹਾ ਕਿ ਅਕਾਲੀ ਦਲ ਨੂੰ ਇੱਕ ਸਿੰਬਲ ਦੇ ਦਿੱਤਾ, ਤੱਕੜੀ ਦੇ ਦਿੱਤੀ, ਕਿਸੇ ਹੋਰ ਪਾਰਟੀ ਨੂੰ ਦੂਜਾ ਇੱਕ ਸਿੰਬਲ ਦੇ ਦਿੱਤਾ। ਇੱਕ ਪਾਰਟੀ ਦੇ ਤੌਰ ਦੇ ਉੱਤੇ ਉਹ ਪਾਰਟੀ ਗਰੁੱਪ ਜਿਹੜਾ ਉਹ ਆ ਗਿਆ, ਕਾਬਜ਼ ਹੋ ਗਿਆ। ਉਹਦੇ ਵਿੱਚ ਇਹ ਵੀ ਕੋਈ ਵੀ ਇੰਡੀਵਿਜੂਅਲ ਜਿਹੜਾ ਉਹ ਨੋਮੀਨੇਸ਼ਨ ਪੇਪਰ ਫਾਈਲ ਕਰੇਗਾ, 3 ਪ੍ਰੈਫਰੈਂਸ ਦੇਗਾ ਸਿੰਬਲ ਵਾਸਤੇ। ਫਸਟ ਅਵੇਲੇਬਲ ਉਹਨੂੰ ਦੇ ਦਿੱਤੀ ਜਾਏਗੀ, ਜਿਹੜਾ ਫਸਟ ਅਵੇਲੇਬਲ ਸਿੰਬਲ ਹੈ ਨਾ ਉਹ ਉਹਨੂੰ ਦੇ ਦਿੱਤਾ ਜਾਏਗਾ। ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਹੋਰ ਜਿੰਨੇ ਵੀ ਪ੍ਰੋਵੀਜ਼ਨ ਨੇ ਇਲੈਕਸ਼ਨ ਦੇ, ਉਹਨਾਂ ਵਿੱਚ ਪ੍ਰੋਵੀਜ਼ਨ ਬਣਾਇਆ ਗਿਆ ਵੀ ਪਾਰਟੀਆਂ ਰਜਿਸਟਰ ਹੋਣਗੀਆਂ, ਉਹਨਾਂ ਨੂੰ ਇੱਕ ਸਿੰਬਲ ਅਲਾਟ ਹੋਏਗਾ। ਇੱਥੇ ਗੁਰਦੁਆਰਾ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਹੈ। ਇਹ ਕਿਸ ਵਾਸਤੇ ਕਿਉਂ ਨਹੀਂ ਹੈ ਜਦ ਦੂਜੇ ਇਲੈਕਸ਼ਨ ਸਿਸਟਮ ਦੇ ਵਿੱਚ ਹੁੰਦਾ ਹੈ? ਕਿਉਂਕਿ ਸਾਡਾ ਧਾਰਮਿਕ ਇਲੈਕਸ਼ਨ ਹੈ, ਇੱਥੇ ਧੜੇਬੰਦੀ ਨਹੀਂ ਹੋਣੀ ਚਾਹੀਦੀ। ਸਾਰਾ ਬੇਸਿਕ ਵਿਗਾੜ ਹੀ ਇੱਥੋਂ ਪਿਆ। ਸਾਰਾ ਵਿਗਾੜ ਦਾ ਜਿਹੜਾ ਜੜ ਹੈ ਨਾ, ਮੂਲ ਹੈ ਜਿਹੜਾ, ਉਹ ਇੱਥੋਂ ਹੈ। ਅੱਜ ਇੱਕ ਪਾਰਟੀ ਦੇ ਤੌਰ 'ਤੇ ਉਹਨਾਂ ਨੂੰ ਇੱਕ ਸਿੰਬਲ ਅਲਾਟ ਕਰਤਾ ਜਾਂਦਾ ਹੈ, ਉਹ ਪਾਰਟੀ ਦੇ ਤੌਰ 'ਤੇ ਲੜਦੇ ਨੇ, ਉੱਥੋਂ ਵਿਗਾੜ ਹੈ। ਮੈਂ ਆਪਣੀ ਗੱਲ 'ਤੇ ਵਾਪਸ ਆਵਾਂ। ਇਹਦੇ ਵਿੱਚ ਕੁੱਲ 170 ਕੌਂਸਟੀਟੂਐਂਸੀਜ਼ ਬਣਾਈਆਂ ਗਈਆਂ ਨੇ, ਜਿਹੜੇ ਵਿੱਚ ਅੱਜ ਦਾ ਪੰਜਾਬ ਆਉਂਦਾ ਹੈ, ਹਰਿਆਣਾ ਆਉਂਦਾ ਹੈ, ਹਿਮਾਚਲ ਆਉਂਦਾ ਹੈ। ਹਿਮਾਚਲ ਦੇ ਵਿੱਚ ਮੇਰੇ ਖਿਆਲ ਇੱਕ ਸੀਟ ਹੈ, ਚੰਡੀਗੜ੍ਹ ਆ ਜਾਂਦਾ ਹੈ। ਪਹਿਲਾਂ ਪੈਪਸੂ ਨਹੀਂ ਸੀ ਵਿੱਚ, ਹੁਣ ਪੈਪਸੂ ਵੀ ਵਿੱਚ ਆ ਗਿਆ। ਪਹਿਲਾਂ ਪੈਪਸੂ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੀ ਵੀ ਇੰਨੀਆਂ ਕਾਪਟ ਕੀਤੀਆਂ ਜਾਣਗੀਆਂ, ਹੁਣ ਆਪਸ਼ਨ ਖਤਮ ਹੋ ਗਈ। 170 ਮੈਂਬਰ ਹੁੰਦੇ ਨੇ ਜਿਹੜੇ ਇਲੈਕਟਿਡ ਆਉਂਦੇ ਨੇ। 170 ਮੈਂਬਰ ਇਲੈਕਟਿਡ ਜਿਹੜੇ ਆਉਂਦੇ ਨੇ, ਕੌਂਸਟੀਚੁਐਂਸੀਜ਼ 150 ਹੁੰਦੀਆਂ ਨੇ। ਹੁਣ ਤੁਸੀਂ ਕਹੋਗੇ ਵੀ 150 ਕੌਂਸਟੀਚੁਐਂਸੀਜ਼ 'ਚੋਂ 170 ਮੈਂਬਰ ਕਿਵੇਂ ਆ ਗਏ? 20 ਕੌਂਸਟੀਚੁਐਂਸੀਜ਼ ਐਸੀਆਂ ਨੇ ਜਿੱਥੇ ਡਬਲ ਕੈਂਡੀਡੇਟ ਖੜੇ ਹੁੰਦੇ ਨੇ, ਇੱਕ ਨੋਰਮਲ ਤੇ ਇੱਕ ਦਲਿਤ ਸ਼ਡਿਊਲ ਕਾਸਟ ਦੇ ਵਿੱਚੋਂ। ਹੁਣ ਕਹਿਣ ਨੂੰ ਤਾਂ ਇਹ ਹੈ ਕਿ ਇਹ ਸ਼ਡਿਊਲ ਕਾਸਟ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਗਈ, ਪਰ ਇੱਕ ਵਿਅਕਤੀ ਨਾਲ ਵੀ ਖੜਾ ਕਰਤਾ, ਇੱਕ ਨਾਲ ਦੂਜਾ ਵੀ ਖੜਾ ਕਰਤਾ। ਉਹਦਾ ਕੰਪੀਟੀਟਰ ਨਹੀਂ ਹੈ, ਉਹ ਉਸ ਕੌਂਸਟੀਚੁਐਂਸੀ ਦੇ ਲੋਕ ਜਿਹੜੇ 2 ਵੋਟ ਪਾਉਂਦੇ ਨੇ, ਇੱਕ ਉਹਨੂੰ। ਲੇਕਿਨ ਪਹਿਲਾਂ ਤਾਂ ਸਿੱਖ ਕੌਮ ਦੇ ਵਿੱਚ ਇਹ ਦਲਿਤ ਵਾਲਾ ਸਿਸਟਮ ਨਹੀਂ ਹੈ। ਇਹ ਅਨਫੋਰਚੂਨੇਟ ਹੈ ਕਿ ਸਾਡੀ ਕੌਮ ਦੇ ਵਿੱਚ ਇਹ ਹੈ। ਉਹ ਇਹ ਹੋਣਾ ਹੀ ਨਹੀਂ ਸੀ ਚਾਹੀਦਾ। ਘੱਟੋ ਘੱਟ ਸਾਡੇ ਗੁਰਦੁਆਰਾ ਇਲੈਕਸ਼ਨ 'ਚ ਨਹੀਂ ਸੀ ਹੋਣਾ ਚਾਹੀਦਾ। ਸਾਨੂੰ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ। ਇਹ ਦਲਿਤ ਵਾਲੀ ਗੱਲ ਨਹੀਂ ਆਉਣੀ ਚਾਹੀਦੀ ਸੀ। ਤੇ ਜੇ ਬਣਾਇਆ ਗਿਆ ਤੇ ਫਿਰ ਉੱਥੇ 2 ਕਿਉਂ ਖੜੇ ਕੀਤੇ ਗਏ, ਇੱਕ ਦਲਿਤ ਤੇ ਇੱਕ ਦੂਸਰਾ? ਇੱਕ ਪ੍ਰੋਵੀਜ਼ਨ ਬਣਾਇਆ ਗਿਆ। ਉਹਦੇ ਬਾਅਦ 25 ਮੈਂਬਰ ਨੋਮੀਨੇਟ ਹੁੰਦੇ ਨੇ। ਉਹ ਜਿਹੜੇ ਨੋਮੀਨੇਟ ਹੁੰਦੇ ਨੇ ਉਹਦੇ ਵਿੱਚੋਂ ਹੁਣ ਤਾਂ 25 ਨਹੀਂ ਹੋਣੇ, ਕਿਉਂਕਿ ਜਿਹੜੇ 15 ਸਨ ਪੈਪਸੂ ਦੇ ਵਿੱਚੋਂ ਹੁਣੇ ਹੁੰਦੇ ਸੀ, ਉਹ ਖਤਮ ਹੋ ਗਿਆ। ਹੁਣ 9 ਜਾਂ 10 ਨੇ ਜਿਹੜੇ ਨੋਮੀਨੇਟ ਹੁੰਦੇ ਨੇ। ਉਹ ਸਾਰੇ ਰਲ ਕੇ ਫੈਸਲਾ ਕਰਦੇ ਨੇ ਕਿ ਫਲਾਣੇ ਨੂੰ ਨੋਮੀਨੇਟ ਕਰਨਾ। ਅੱਜ ਜਿਸ ਵੇਲੇ ਸਾਰੇ ਆਪਣਾ ਇੰਡੀਆ ਦੀ ਗੱਲ ਕਰੀਏ ਤੇ ਕੀ ਇਹ ਰੇਸ਼ੋ ਬਣਦੀ ਹੈ ਵੀ ਪੰਜਾਬ ਤੇ ਹਰਿਆਣੇ ਦੇ ਹਿਮਾਚਲ ਦੇ ਵਿੱਚੋਂ 170 ਹੋਣ ਤੇ ਬਾਕੀ ਸਾਰੇ ਇੰਡੀਆ ਦੇ ਵਿੱਚੋਂ 9 ਹੋਣ? ਤੇ ਖਾਲਸਾ ਜੀ, ਤੁਸੀਂ ਇੰਡੀਆ ਦੀ ਗੱਲ ਕੀਤੀ, ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਨ ਜਾ ਰਿਹਾ ਸੀ, ਫਿਰ ਉਸ ਵਿੱਚ ਕੀ ਰੁਕਾਵਟਾਂ ਆ ਗਈਆਂ? ਉਹਦੇ ਵਿੱਚ ਬੇਸਿਕ ਰੁਕਾਵਟ ਤੇ ਇਹ ਸੀ ਜੀ ਕਿ ਅਕਾਲੀ ਆਪ ਹੀ ਨਹੀਂ ਸੀ ਚਾਹੁੰਦੇ ਬਣੇ। ਇਹਨਾਂ ਨੇ ਉਹਨੂੰ ਪਰਸੂ ਹੀ ਨਹੀਂ ਕੀਤਾ। ਗੱਲ ਚੱਲੀ ਐਕਟ ਦੇ ਬਾਰੇ, ਇਹਨਾਂ ਨੂੰ ਇਹ ਡਰ ਲੱਗ ਗਿਆ ਕਿ ਅਸੀਂ ਪੰਜਾਬ ਦੇ ਵਿੱਚ ਤੇ ਇਹਨੂੰ ਮੋਬਿਲਾਈਜ਼ ਕਰ ਲੈਂਦੇ ਹਾਂ ਕਿ ਅਸੀਂ ਜਿੱਤ ਜਾਈਏ, ਕਿਤੇ ਉਹ ਨਾ ਹੋਵੇ ਬਾਹਰਲੀਆਂ ਥਾਵਾਂ ਦੇ ਉੱਤੇ ਜਿਹੜੇ ਉੱਥੇ ਦੇ ਸਿੱਖ ਸਾਨੂੰ ਨਾ ਪਸੰਦ ਕਰਨ ਤੇ ਅਸੀਂ ਹਾਰ ਜਾਈਏ। ਇਸ ਲਈ ਸਾਰੇ ਇੰਡੀਆ ਦਾ ਬਣ ਗਿਆ। ਅੱਜ ਗੱਲ ਇੰਡੀਆ ਤੱਕ ਵੀ ਸੀਮਤ ਨਹੀਂ। ਅੱਜ ਸਿੱਖ ਦੁਨੀਆ ਦੇ ਹਰ ਕੋਨੇ 'ਚ ਬੈਠਾ ਹੈ ਔਰ ਚੰਗੀ ਗਿਣਤੀ 'ਚ ਬੈਠਾ ਹੈ।
ਤੁਸੀਂ ਵੀ ਜਾਣਦੇ ਹੋਵੋਗੇ, ਮੈਂ ਪਿਛਲੇ ਦਿਨਾਂ ਦੇ ਵਿੱਚ USA ਗਿਆ। ਉੱਥੇ ਹਰ ਸ਼ਹਿਰ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਇੱਕ ਏਰੀਆ ਜਿੱਥੇ ਬਹੁਤ ਗਿਣਤੀ ਹੈ ਸਿੱਖਾਂ ਦੀ। ਕੈਨੇਡਾ ਦੇ ਵਿੱਚ ਤਾਂ ਆ ਸਰੀ, ਇੱਧਰ ਵੈਂਕੂਵਰ ਦੇ ਨਾਲ ਬਰੈਂਪਟਨ, ਆ ਏਰੀਏ ਨੇ ਜਿੱਥੇ ਗਿਣਤੀ ਕੋਈ ਨਹੀਂ ਪੰਜਾਬੀਆਂ ਦੀ ਅਤੇ ਸਿੱਖਾਂ ਦੀ। ਹਿਸਾਬ ਕਿਤਾਬ ਕਿੰਨਾ ਹੈ ਉਹਨਾਂ ਦਾ। ਅਤੇ ਜਿਹੜੇ ਦੁਨੀਆ ਦੇ ਵਿੱਚ ਸਿੱਖ ਬੈਠੇ ਨੇ ਉਹਨਾਂ ਦਾ ਵੀ ਤਾਂ ਹੱਕ ਬਣਦਾ। ਉਹ ਵੋਟ ਕਿਵੇਂ ਕਰਨ ਫਿਰ? ਉਹ ਵੋਟ ਕਿਵੇਂ ਕਰਨ? ਬਾਈ ਪੋਸਟਲ ਹੋ ਸਕਦੀ ਕਿ ਨਹੀਂ? ਨਹੀਂ ਹੋ ਸਕਦੀ ਹੈ, ਹੋਣ ਨੂੰ ਸਭ ਕੁਝ ਹੋ ਸਕਦਾ ਹੈ, ਲੇਕਿਨ ਵੱਡੀ ਗੱਲ ਤਾਂ ਇਹ ਵੀ ਨੀਅਤ ਹੋਣੀ ਚਾਹੀਦੀ ਹੈ। ਪਰ ਦੂਸਰੀ ਗੱਲ ਕਿ ਇੰਡੀਆ ਦੀ ਗਵਰਨਮੈਂਟ ਅਲਾਊ ਕਰੇਗੀ ਵੀ ਦੂਜੇ ਮੁਲਕਾਂ ਦੇ ਵਿੱਚੋਂ ਵੀ ਜਿਹੜੇ ਨੇ ਨੁਮਾਇੰਦੇ ਚੁਣੇ ਜਾਣ। ਇਹ ਬਹੁਤ ਸਾਰੇ ਇਸ਼ੂਜ਼ ਨੇ। ਲੇਕਿਨ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਸ਼੍ਰੋਮਣੀ ਕਮੇਟੀ ਸਾਰੀ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੀ ਹੈ, ਮੈਂ ਉਹਦੇ ਬਾਰੇ ਗੱਲ ਕਰ ਰਿਹਾ। ਉਹ ਗੱਲ ਜਿਹੜੀ ਹੈ ਕਿ ਸਾਰੀ ਕੌਮ ਨੂੰ ਰਿਪਰੈਜ਼ੈਂਟ ਕਰਦੀ ਹੈ, ਉਹ ਗੱਲ ਨਹੀਂ ਇੱਥੇ ਸਾਹਮਣੇ ਆਉਂਦੀ। ਉਹ ਗੱਲ ਜਿਹੜੀ ਹੈ ਅੱਜ ਬਹੁਤ ਸੀਮਤ ਹੋ ਗਈ ਹੈ, ਬਹੁਤ ਘੱਟ ਸੀਮਤ ਹੋ ਗਈ ਹੈ। ਉਹਦੇ ਵਿੱਚ ਨਾਲ ਜਿਹੜਾ 5 ਤਖਤਾਂ ਦੇ ਜਥੇਦਾਰ ਹੁੰਦੇ ਨੇ। ਇੱਥੇ ਵੀ ਇੱਕ ਬੜੀ ਮਜ਼ੇਦਾਰ ਗੱਲ ਹੈ ਕਿ ਇਹ 5 ਤਖਤਾਂ ਦੇ ਜਥੇਦਾਰ ਜਿਹੜੇ ਨੇ ਨਾ, ਇਹ ਉੱਥੇ ਜਥੇਦਾਰ ਨਹੀਂ ਲਿਖਿਆ ਹੋਇਆ, ਪ੍ਰੀਸਟ ਲਿਖਿਆ ਹੋਇਆ, ਪੁਜਾਰੀ। ਆਪਾਂ ਗ੍ਰੰਥੀ ਕਹਿੰਦੇ ਆ। ਆਪਾਂ ਗ੍ਰੰਥੀ ਕਹਿੰਦੇ ਆ, ਅਸੀਂ ਪੁਜਾਰੀ ਸਿਸਟਮ ਨੇ ਸਾਡੇ ਗ੍ਰੰਥੀ। ਜਥੇਦਾਰ ਵਾਲਾ ਪ੍ਰੋਵੀਜ਼ਨ ਹੈ ਨਹੀਂ ਉੱਥੇ ਕਿ ਜਥੇਦਾਰ ਹੋਣਗੇ। ਇਹ ਸੋਧ ਕਰਾਉਣ ਦੀ ਲੋੜ ਹੈ ਕਿ ਇਦਾਂ ਹੀ ਚੱਲੂਗਾ? ਨਹੀਂ, ਦੇਖੋ ਗੱਲ ਇਹ ਹੈ, ਇਹ ਬਹੁਤ ਸਾਰੇ ਇਸ਼ੂਜ਼ ਨੇ ਇਹਦੇ ਨਾਲ ਇਨਵੋਲਵਡ ਕਿ ਕੀ ਜਥੇਦਾਰ ਵਾਲਾ ਪ੍ਰੋਵੀਜ਼ਨ ਸਾਡੇ ਹੈ। ਉਹ ਤਾਂ ਸ਼ੁਰੂ 'ਚ ਨਹੀਂ ਹੈਗਾ, ਉਹ ਤਾਂ ਪਹਿਲਾਂ ਤੋਂ ਹੀ ਨਹੀਂ ਹੈਗਾ। ਉਹ ਤਾਂ ਇੱਕ ਦੂਸਰਾ, ਇਹਨਾਂ ਨੂੰ ਜਿਹੜਾ ਐਡ ਕਰਾਇਆ ਗਿਆ, ਇਹ 1999 'ਚ ਕਰਾਇਆ ਗਿਆ। ਇੱਕ ਅਮੈਂਡਮੈਂਟ ਕਰਾਈ ਗਈ ਐਕਟ ਦੇ ਵਿੱਚ। ਉਸ ਅਮੈਂਡਮੈਂਟ ਦੇ ਵਿੱਚ ਪਹਿਲਾਂ ਤਾਂ ਕਿਉਂਕਿ ਤਖਤ ਵੀ 4 ਸਨ। ਤਖਤ ਦਮਦਮਾ ਸਾਹਿਬ ਨੂੰ ਜਿਹੜੀ ਮਾਨਤਾ ਤਖਤ ਦੇ ਤੌਰ ਤੇ ਦਿੱਤੀ ਗਈ ਹੈ ਨਾ, ਸੰਨ 1968 ਦੇ ਵਿੱਚ ਦਿੱਤੀ ਗਈ ਹੈ। ਲੇਕਿਨ ਗੁਰਦੁਆਰਾ ਐਕਟ ਦੇ ਵਿੱਚ ਅਮੈਂਡਮੈਂਟ ਨਹੀਂ ਹੋਈ ਉਹਨੂੰ ਤਖਤ ਦੇ ਤੌਰ ਤੇ ਮਾਨਤਾ ਦਿਵਾਉਣ ਦੇ ਵਾਸਤੇ। 68 ਤੋਂ ਚੱਲਦਾ 1999 ਦੇ ਵਿੱਚ ਇਹ 2 ਅਮੈਂਡਮੈਂਟ ਹੋਈਆਂ। ਇੱਕ ਅਮੈਂਡਮੈਂਟ ਇਹ ਹੋਈ ਕਿ ਤਖਤ ਦਮਦਮਾ ਸਾਹਿਬ ਨੂੰ ਤਖਤ ਦਾ ਸਤਿਕਾਰ ਦਿੱਤਾ ਗਿਆ, ਔਰ ਦੂਸਰਾ ਕਿ 5 ਨੂੰ ਉੱਥੇ ਨਾਲ ਮੈਂਬਰ ਬਣਾਤਾ ਗਿਆ। ਉਹ ਨੋਮੀਨੇਟਡ ਮੈਂਬਰ ਹੋਣਗੇ। ਜਿਹੜਾ ਵੀ ਅਕਾਲ ਤਖਤ ਸਾਹਿਬ ਦਾ ਮੁੱਖ ਸੇਵਾਦਾਰ ਹੈ ਉਹ ਉੱਥੇ ਮੈਂਬਰ ਹੋਏਗਾ। ਜਿਹੜਾ ਕੇਸਗੜ੍ਹ ਸਾਹਿਬ ਦਾ, ਜਿਹੜਾ 5 ਤਖਤਾਂ ਦਾ ਇੱਕ। ਹੁਣ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਨਾ, ਜਿਹੜੀ ਗੱਲ ਸਮਝਣ ਵਾਲੀ ਹੈ, ਉਹ ਇਹ ਹੈ ਦੂਜੇ ਇਲੈਕਸ਼ਨਾਂ ਦੇ ਵਿੱਚ ਤੇ ਇਸ ਇਲੈਕਸ਼ਨ ਦੇ ਵਿੱਚ ਫਰਕ ਇਹ ਹੈ ਕਿ ਦੂਜੇ ਇਲੈਕਸ਼ਨਾਂ ਦੇ ਵਿੱਚ ਸਰਕਾਰ ਨੇ ਵੋਟ ਬਣਾਉਣੇ ਹੁੰਦੇ ਨੇ। ਉਹ ਹਰ ਇੱਕ ਨਾਗਰਿਕ ਦਾ ਵੋਟ ਬਣਾਉਂਦੇ ਨੇ, ਬਣਾਉਣਾ ਉਹਨਾਂ ਦਾ ਫਰਜ਼ ਬਣਦਾ ਹੈ। ਲੇਕਿਨ ਜਿਹੜਾ ਗੁਰਦੁਆਰਾ ਐਕਟ ਹੈ ਉਹਦੇ ਵਿੱਚ ਤੁਸੀਂ ਆਪ ਵੋਟਰ ਬਣਨਾ ਹੈ। ਆ ਬਹੁਤ ਵੱਡਾ ਫਰਕ ਹੈ। ਇੱਕ ਤੁਹਾਡੇ ਘਰ ਆਏ, ਆ ਕੇ ਤੁਹਾਨੂੰ ਪੁੱਛਿਆ ਜੀ ਕਿੰਨੇ ਮੈਂਬਰ ਹੋ, ਕੀ ਨਾਂ ਹੈ ਤੁਹਾਡਾ, ਉਹ ਤੁਹਾਡਾ ਵੋਟ ਬਣਾ ਗਏ। ਇੱਕ ਤੁਹਾਡੇ ਉੱਤੇ ਆਪਸ਼ਨ ਛੱਡ ਦਿੱਤੀ ਗਈ ਕਿ ਤੁਸੀਂ ਵੋਟਰ ਬਣਨਾ ਚਾਹੁੰਦੇ ਹੋ ਤਾਂ ਫਾਰਮ ਭਰ ਦਿਓ ਤੇ ਬਣ ਜਾਓ। ਹੁਣ ਜਿਹੜਾ ਤੁਸੀਂ ਕਿਹਾ ਵੀ ਕਿਵੇਂ ਇਹਨਾਂ ਕੋਲੋਂ ਛੁਡਾਈ ਜਾ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਸ ਆਹ ਲਕੂਨਾ ਹੈ। ਆਮ ਸਿੱਖ ਨੂੰ ਇੰਟਰਸਟ ਨਹੀਂ ਹੁੰਦਾ। ਫਿਰ ਬਾਅਦ ਚ ਕਹਿੰਦੇ ਨੇ ਐਸਜੀਪੀਸੀ ਉਹਦੇ ਕਬਜ਼ੇ ਹੇਠਾਂ ਚਲੀ ਗਈ। ਤੁਹਾਨੂੰ ਮੈਂ ਬੜੀ ਹੈਰਾਨਗੀ ਦੀ ਗੱਲ ਦੱਸਾਂ ਕਿ ਕੁਝ ਕਾਫੀ ਸਮੇਂ ਪਹਿਲੇ ਦੀ ਗੱਲ ਹੈ, ਇੱਥੇ ਚੰਡੀਗੜ੍ਹ ਦੇ ਵਿੱਚ ਇੱਕ ਇਹੋ ਜਿਹਾ ਹਾਲਾਤ ਬਣ ਗਏ ਕਿ ਸਾਨੂੰ ਸ਼੍ਰੋਮਣੀ ਕਮੇਟੀ ਦੇ ਕੈਂਡੀਡੇਟ ਦੇ ਮੁਕਾਬਲੇ 'ਚ ਕੋਈ ਬਹੁਤ ਕੱਦਵਾਰ ਕੈਂਡੀਡੇਟ ਚਾਹੀਦਾ ਸੀ। ਅਸੀਂ ਕੌਮ ਦੀ ਇੱਕ ਬੜੀ ਸਨਮਾਨਿਤ ਸ਼ਖਸੀਅਤ ਉਹਨਾਂ ਕੋਲ ਗਏ ਕਿ ਜੀ ਤੁਸੀਂ ਮੈਦਾਨ ਦੇ ਵਿੱਚ ਆਓ ਸ਼੍ਰੋਮਣੀ ਕਮੇਟੀ ਦੇ ਕੈਂਡੀਡੇਟ ਦੇ ਮੁਕਾਬਲੇ ਦੇ ਵਿੱਚ। ਫਿਰ ਜਿਸ ਵੇਲੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਆਪ ਹੀ ਵੋਟਰ ਨਹੀਂ ਹੈ, ਔਰ ਉੱਥੇ ਕੰਡੀਸ਼ਨ ਹੈ ਕਿ ਵੋਟਰ ਹੋਣਾ ਚਾਹੀਦਾ ਕੌਂਸਟੀਟਿਊਐਂਸੀ 'ਚ। ਇਹ ਕੰਡੀਸ਼ਨ ਹੈ, ਇਹ ਕੰਡੀਸ਼ਨ ਹੈ। ਦੂਸਰੀ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਉੱਥੇ ਲਿਖਿਆ ਕਿ ਸ਼ਰਾਬ ਨਹੀਂ ਪੀਂਦਾ ਹੋਣਾ ਚਾਹੀਦਾ, ਟ੍ਰਿਮਰ ਨਹੀਂ ਹੋਣਾ ਚਾਹੀਦਾ, ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਹੋਣਾ ਚਾਹੀਦਾ। ਹੁਣ ਜਿਹੜੇ ਸਿੱਖ ਸ਼ਰਾਬ ਪੀਂਦੇ ਨੇ, ਸਿੱਖ ਕੌਮ ਦਾ ਹਿੱਤ ਚਾਹੁੰਦੇ ਨੇ, ਸ਼ਰਾਬ ਪੀਣ ਦੀ ਗਲਤੀ ਕਰ ਰਹੇ ਨੇ ਪਰ ਹਿੱਤ ਚਾਹੁੰਦੇ ਨੇ। ਉਹ ਕਹਿੰਦੇ ਨੇ ਯਾਰ ਮੈਂ ਝੂਠ ਬੋਲ ਕੇ ਕਿਉਂ ਮੈਂਬਰ ਬਣਾ, ਮੈਂ ਝੂਠਾ ਐਫੀਡੇਵਿਟ ਦਿਆਂਗਾ, ਮੈਂ ਸ਼ਰਾਬ ਨਹੀਂ ਪੀਂਦਾ, ਉਹ ਵੋਟਰ ਨਹੀਂ ਬਣਦਾ। ਜਿਹੜੇ ਇਹ ਅਕਾਲੀ ਦਲ ਦੇ ਲੋਕ ਨੇ,
ਇਹ ਤੁਸੀਂ ਸ਼ਰਾਬ ਪੀਣ ਵਾਲੀ ਤੇ ਗੱਲ ਛੱਡੋ, ਸ਼ਰਾਬ ਪੀਣ ਵਾਲੇ ਵੀ, ਸਿਗਰਟਾਂ ਪੀਣ ਵਾਲੇ ਵੀ, ਤੰਬਾਕੂ ਪੀਣ ਵਾਲੇ ਵੀ, ਕੇਸ ਕਟਾਉਣ ਵਾਲੇ ਵੀ, ਪਤਿਤ ਵੀ, ਸਭ ਨੂੰ ਵੋਟਰ ਬਣਾਈ ਜਾਂਦੇ ਨੇ। ਹੁਣ ਉੱਥੇ ਇਹ ਪ੍ਰੋਵੀਜ਼ਨ ਤੇ ਹੈ ਕਿ ਪਤਿਤ ਵੋਟਰ ਨਹੀਂ ਬਣ ਸਕਦਾ, ਲੇਕਿਨ ਉਹਦੀ ਵੈਰੀਫਿਕੇਸ਼ਨ ਕਰਨ ਦਾ ਕੋਈ ਸਿਸਟਮ ਨਹੀਂ। ਉਹਨੇ ਲਿਖਤਾ ਕਿ ਮੈਂ ਪੇਸ਼ਾਧਾਰੀ ਹਾਂ, ਫਾਰਮ ਭਰ ਕੇ ਦੇ ਦਿੱਤਾ, ਉਹਨੇ ਲਿਖਤਾ ਫਾਰਮ ਭਰ ਕੇ ਦੇ ਦਿੱਤਾ ਕਿ ਮੈਂ ਸ਼ਰਾਬ ਨਹੀਂ ਪੀਂਦਾ, ਉਹ ਵੋਟਰ ਬਣ ਗਿਆ। ਚੈੱਕ ਕਰਨ ਵਾਲਾ ਕੋਈ ਨਹੀਂ ਹੈ। ਸਭ ਨਹੀਂ, ਉਸ ਤੋਂ ਵੀ ਵੱਡਾ ਦੁਖਾਂਤ ਹੈ ਜਿਸ ਵੇਲੇ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜਿਹੜਾ ਪਤਿਤ ਹੈ ਉਹ ਵੋਟਰ ਨਹੀਂ ਬਣ ਸਕਦਾ, ਤੇ ਸਾਹਮਣੇ ਨਜ਼ਰ ਆ ਰਿਹਾ ਪਤਿਤ ਹੈ, ਤੇ ਇਸ ਕਰਕੇ ਵੀ ਵੋਟਰ ਬਣਿਆ ਹੋਇਆ ਉਹਨੂੰ ਵੋਟ ਪਾਉਣ ਦਿੱਤਾ ਜਾਵੇ। ਇਹ ਚੀਜ਼ਾਂ ਨੇ ਜਿਨ੍ਹਾਂ ਦੀ ਅਮੈਂਡਮੈਂਟ ਹੋਣੀ ਚਾਹੀਦੀ ਹੈ। ਖਾਸਾ ਇੱਕ ਵੱਡਾ ਹੁਣ ਜੋ ਤੁਹਾਨੂੰ ਦੇਖਦੇ ਹੋਣਗੇ ਦਰਸ਼ਕ, ਹੁਣ ਕਈਆਂ ਦੇ ਮਨ ਵਿੱਚ ਸਵਾਲ ਵੀ ਹੋਊਗਾ ਕਿ ਮਨਜਿੰਦਰ ਸਿੰਘ ਸਿਰਸਾ ਕਿਵੇਂ ਬਣ ਜਾਂਦੇ ਨੇ। ਕਿ ਗੁਰਮੁਖੀ ਪੜ੍ਹ ਸਕਦਾ ਹੋਵੇ, ਲਿਖ ਸਕਦਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰ ਸਕਦਾ ਹੋਵੇ, ਔਰ ਇਹ ਪੰਜਾਬੀ ਦੇ ਇਮਤਿਹਾਨ ਦੇ ਵਿੱਚ ਫੇਲ ਹੋ ਗਿਆ ਮਨਜਿੰਦਰ ਸਿਰਸਾ ਜੀ, ਮਨਜਿੰਦਰ ਸਿੰਘ ਸਿਰਸਾ, ਔਰ ਫੇਲ ਹੋਣ ਦੇ ਬਾਅਦ ਵੀ ਸਿਰਫ ਮੈਂਬਰ ਨਹੀਂ ਬਣਿਆ, ਪ੍ਰਧਾਨ ਬਣਿਆ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ। ਇੱਥੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਾਂ, ਦਿੱਲੀ ਦੀ ਕਮੇਟੀਆਂ ਦੇ ਵਾਸਤੇ ਜਿਹੜਾ ਐਕਟ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਹੈ, ਠੀਕ ਹੈ। ਉਹਦੇ ਟੋਟਲ ਪੇਜਿਸ ਜਿਹੜੇ ਨੇ 14-15 ਨੇ ਕਾਨੂੰਨ ਦੇ ਸਾਰਾ ਐਕਟ ਦੇ 14-15 ਪੇਜਿਸ ਨੇ ਟੋਟਲ। ਦੂਸਰੀ ਸਾਈਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ, ਗੁਰਦੁਆਰਾ ਐਕਟ ਆਫ 1920, ਸਿੱਖ ਗੁਰਦੁਆਰਾ ਐਕਟ ਆਫ 1925 ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ 128-30 ਦੇ ਕਰੀਬ ਪੇਜ ਨੇ। ਉਹ ਵੀ ਗੁਰਦੁਆਰਿਆਂ ਦੀ ਮੈਨੇਜਮੈਂਟ ਦਾ, ਇਹ ਵੀ ਗੁਰਦੁਆਰਿਆਂ ਦੀ ਮੈਨੇਜਮੈਂਟ ਦਾ। ਹੁਣ ਬੜੀ ਹੈਰਾਨਗੀ ਹੋਏਗੀ ਵੀ ਉੱਥੇ 14-15 ਪੇਜਾਂ ਦਾ ਕੰਮ ਚੱਲ ਗਿਆ, ਇੱਥੇ 128-30 ਪੇਜ ਬਣਾਉਣੇ ਪਏ ਨੇ। ਇਹਦਾ ਕੀ ਕਾਰਨ ਬਣਿਆ? ਉਹਦੇ ਵਿੱਚ ਇੰਨਾ ਫਾਲਤੂ ਹੈ, ਇੰਨਾ ਕੁਝ ਅੱਜ ਫਾਲਤੂ ਹੈ, ਪਹਿਲਾਂ ਰੈਲੇਵੈਂਟ ਸੀ। ਜਦੋਂ ਐਕਟ ਬਣਿਆ ਉਸ ਵੇਲੇ ਜਿੰਨੇ ਹਿਸਟੋਰੀਕਲ ਗੁਰਦੁਆਰੇ ਨੇ, ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਦਾ ਐਕਟ ਹੈ ਨਾ, ਉਹਦੇ ਵਿੱਚ ਉੱਥੇ ਦੇ ਸਾਰੇ ਗੁਰਦੁਆਰੇ ਆਉਂਦੇ ਨੇ, ਭਾਵੇਂ ਉਹ ਸਿੰਘ ਸਭਾਵਾਂ ਨੇ ਤੇ ਭਾਵੇਂ ਇਤਿਹਾਸਿਕ ਗੁਰਦੁਆਰੇ ਨੇ, ਸਾਰੇ ਆਉਂਦੇ ਨੇ। ਜਿਹੜਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਐਕਟ ਹੈ, ਇਹਦੇ ਵਿੱਚ ਸਿਰਫ ਹਿਸਟੋਰੀਕਲ ਗੁਰਦੁਆਰੇ ਆਉਂਦੇ ਨੇ, ਜਿਹੜੇ ਜਾਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਨੇ ਜਾਂ ਕੋਈ ਸ਼ਹੀਦ ਸਿੰਘਾਂ ਦੇ ਨਾਲ ਸੰਬੰਧਿਤ ਨੇ, ਕੋਈ ਇਤਿਹਾਸਕ ਘਟਨਾ ਉੱਥੇ ਵਾਪਰੀ ਹੈ, ਉਹ ਸਾਰੇ ਇਤਿਹਾਸਕ ਗੁਰਦੁਆਰੇ ਗਿਣੇ ਜਾਂਦੇ ਨੇ, ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਐਕਟ ਦੇ ਵਿੱਚ ਆਉਂਦੇ ਨੇ। ਜਿਸ ਵੇਲੇ ਗੁਰਦੁਆਰਾ ਐਕਟ ਬਣਿਆ ਉਸ ਵੇਲੇ ਗੁਰਦੁਆਰੇ ਬਹੁਤੇ ਜਿਹੜੇ ਨੇ ਨਿੱਜੀ ਜਾਇਦਾਦਾਂ ਬਣੇ ਹੋਏ ਸਨ, ਭਾਵੇਂ ਇਤਿਹਾਸਕ ਗੁਰਦੁਆਰੇ ਸਨ ਜਾਂ ਉੱਥੇ ਸੰਤ ਮਹੰਤ ਲੋਕ ਕਾਬਲ ਸਨ ਜਾਂ ਪਰਸਨਲ ਪ੍ਰਾਪਰਟੀਜ਼ ਬਣੀਆਂ ਹੋਈਆਂ ਸਨ। ਉਹਨਾਂ ਨੂੰ ਲੈਣ ਦੇ ਵਾਸਤੇ, ਕੰਟਰੋਲ 'ਚ ਲੈਣ ਦੇ ਵਾਸਤੇ ਬਹੁਤ ਸਾਰੀਆਂ ਪ੍ਰੋਵੀਜ਼ਨ ਚਾਹੀਦੀਆਂ ਸਨ। ਉਹਨਾਂ ਤੋਂ ਜਿਹੜੇ ਝਗੜੇ ਪੈਦਾ ਹੋਣੇ ਨੇ, ਉਹਨਾਂ ਦੇ ਵਾਸਤੇ ਬੜੀਆਂ ਪ੍ਰੋਵੀਜ਼ਨ ਚਾਹੀਦੀਆਂ ਸਨ ਵੀ ਕਿਹੜੇ ਹਾਲਾਤ 'ਚ ਕੀ ਝਗੜੇ ਪੈਣ ਤੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਏ, ਕਿਹੜੇ ਕੋਰਟ 'ਚ ਜਾਏਗਾ, ਜੁਡੀਸ਼ੀਅਲ ਕਮਿਸ਼ਨ ਬਣਨਗੇ, ਟ੍ਰਿਬਿਊਨਲ ਬਣਨਗੇ, ਉਹਦੇ ਬਾਅਦ ਜੇ ਟ੍ਰਿਬਿਊਨਲ ਫੈਸਲਾ ਨਹੀਂ ਕਰ ਸਕਿਆ ਫਿਰ ਉਹ ਕਿਹੜੇ ਕੋਰਟ 'ਚ ਜਾਏਗਾ, ਉਹ ਸਾਰੀ ਪ੍ਰੋਵੀਜ਼ਨਸ ਨੇ। ਉਹ ਪ੍ਰੋਵੀਜ਼ਨਸ ਦੀ ਵਜ੍ਹਾ ਕਰਕੇ ਉਹ ਬਹੁਤ ਵੱਡਾ ਹੋ ਗਿਆ। ਅੱਜ ਅਸਲ ਦੇ ਵਿੱਚ ਜਿਹੜਾ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਾਲਾ ਐਕਟ ਹੈ, ਸਿੱਖ ਗੁਰਦੁਆਰਾ ਐਕਟ ਆਫ 1925, ਉਹਨੂੰ ਬੜੀ ਸੋਧ ਦੀ ਲੋੜ ਹੈ। ਔਰ ਸਾਰੀਆਂ ਫਾਲਤੂ ਚੀਜ਼ਾਂ ਕੱਢ ਕੇ ਜੇ ਸਹੀ ਅੱਜ ਦੇ ਹਿਸਾਬ ਨਾਲ ਬਣਾਇਆ ਜਾਵੇ ਤਾਂ ਮੇਰੇ ਖਿਆਲ ਉਹ ਵੀ 15-20 ਪੇਜ ਤੋਂ ਉੱਪਰ ਨਹੀਂ ਬਣਨਾ। ਅੱਛਾ, ਖਾਲਸਾ ਇੱਕ ਹੋਰ ਬੜਾ ਅਹਿਮ ਸਵਾਲ ਹੈ ਕਿ ਬੀਬੀ ਜਗੀਰ ਕੌਰ ਪਹਿਲਾਂ ਪ੍ਰਧਾਨ ਹੁੰਦੇ ਨੇ ਐਸਜੀਪੀਸੀ ਦੇ, ਫਿਰ ਇਲੈਕਸ਼ਨ 'ਚ ਆ ਜਾਂਦੇ ਨੇ, ਫਿਰ ਪ੍ਰਧਾਨ ਹੁੰਦੇ ਨੇ, ਫਿਰ ਇਲੈਕਸ਼ਨ ਵਿੱਚ ਆ ਜਾਂਦੇ ਨੇ। ਕਿ ਇਸ ਤਰੀਕੇ ਦਾ ਵੀ ਕੋਈ ਰੂਲ ਹੈਗਾ ਵੀ ਜਿਹਨੇ ਇੱਕ ਵਾਰੀ ਐਸਜੀਪੀਸੀ 'ਚ ਪ੍ਰਧਾਨ ਹੋ ਗਿਆ ਉਹ ਸਿਆਸਤ ਵਾਲੇ ਪਾਸੇ ਨਹੀਂ ਜਾ ਸਕਦਾ, ਜੇ ਉਹ ਸਿਆਸਤ ਵਾਲੇ ਪਾਸੇ ਚਲਾ ਜਾਂਦਾ ਤੇ ਉਹ ਫਿਰ ਬਾਅਦ 'ਚ ਐਸਜੀਪੀਸੀ ਦਾ ਪ੍ਰਧਾਨ ਨਹੀਂ ਬਣ ਸਕਦਾ? ਦੇਖੋ, ਗੱਲ ਇਹ ਹੈ ਵੀ ਗੁਰਦੁਆਰਾ ਐਕਟ ਦੇ ਵਿੱਚ ਤਾਂ ਇਹੋ ਜਿਹਾ ਕੋਈ ਪ੍ਰੋਵੀਜ਼ਨ ਹੈ ਨਹੀਂ, ਇਸੇ ਕਰਕੇ ਉਹਦਾ ਫਾਇਦਾ ਚੁੱਕ ਰਹੇ ਨੇ ਲੋਕ। ਲੇਕਿਨ ਸਾਨੂੰ ਚਾਹੀਦਾ, ਇਹ ਕਿਸ ਚੀਜ਼ ਦਾ ਫਾਇਦਾ ਚੁੱਕ ਰਹੇ ਨੇ ਕਿ ਜੀ ਸਿੱਖ ਕੌਮ ਦੇ ਵਿੱਚ ਧਰਮ ਤੇ ਸਿਆਸਤ ਨਾਲ ਨਾਲ ਚੱਲਦੇ ਨੇ, ਮੀਰੀ ਪੀਰੀ ਨਾਲ ਨਾਲ ਚੱਲਦੀ ਹੈ, ਲੇਕਿਨ ਸਿੱਖ ਦੀ ਸਿਆਸਤ ਧਰਮ ਦੀ ਰੱਖਿਆ ਵਾਸਤੇ ਹੈ, ਧਰਮ ਸਿਆਸਤ ਦੀ ਪ੍ਰਮੋਸ਼ਨ ਵਾਸਤੇ ਨਹੀਂ ਹੈ। ਅੱਜ ਜਿਹੜਾ ਬਾਦਲਾਂ ਦਾ ਹਾਲ ਹੋਇਆ ਇਸ ਕਰਕੇ ਹੋਇਆ ਕਿ ਇਹਨਾਂ ਨੇ ਧਰਮ ਨੂੰ ਸਿਆਸਤ ਦੀ ਪ੍ਰਮੋਸ਼ਨ ਵਾਸਤੇ ਵਰਤਿਆ।
ਤੁਸੀਂ ਜਿਹੜੀ ਗੱਲ ਕਹੀ ਸੀ ਨਾ, ਉਹ ਥੋੜੀ ਜਿਹੀ ਅਧੂਰੀ ਰਹਿ ਗਈ। ਉਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਅੱਜ ਜੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਾਉਣਾ ਹੈ ਜਾਂ ਅਕਾਲੀਆਂ ਕੋਲੋਂ ਮੁਕਤ ਕਰਾਉਣਾ ਹੈ, ਸਭ ਤੋਂ ਪਹਿਲੀ ਲੋੜ ਤਾਂ ਇਹ ਹੈ ਕਿ ਇੱਕ ਪੰਥਕ ਜਥੇਬੰਦੀ ਹੋਰ ਹੋਂਦ ਵਿੱਚ ਆਵੇ। ਨੰਬਰ 1, ਉਹ ਜਿਹੜੀ ਹੋਂਦ ਵਿੱਚ ਆਵੇ ਉਹ ਇਸ ਕਮਿਟਮੈਂਟ ਨਾਲ ਆਵੇ ਕਿ ਜਿਹੜੇ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨਗੇ, ਕੱਲ ਸਿਆਸਤ ਧਾਰਮਿਕ ਦੇ ਖੇਤਰ ਜਾਣਗੇ, ਕੱਲ ਸਿਆਸਤ ਵਿੱਚ ਨਹੀਂ ਜਾਣਗੇ। ਉਹ ਦੂਜੀ ਗੱਲ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ। ਤੀਸਰੀ ਗੱਲ ਇਹ ਹੈ ਕਿ ਇਹ ਜਿਹੜੇ ਵੋਟਰ ਬਣਾਉਂਦੇ ਨੇ ਅਕਾਲੀ ਦਲ ਵਾਲੇ, ਆਪ ਬਣਾਉਂਦੇ ਨੇ ਭਾਵੇਂ ਜਿਸ ਤਰ੍ਹਾਂ ਦੇ ਵੀ ਨੇ, ਉਹ ਇਹਨਾਂ ਨੂੰ ਹੀ ਵੋਟ ਪਾਉਂਦੇ ਨੇ। ਉਹਨਾਂ ਦੇ ਮੁਕਾਬਲੇ 'ਚ ਕੋਈ ਵੀ ਖੜਾ ਹੋ ਜਾਏ, ਕਿਉਂਕਿ ਵੋਟਰ ਉਹਨਾਂ ਨੇ ਬਣਾਏ ਨੇ, ਉਹਨਾਂ ਦੇ ਵਿਚਾਰ ਵਾਲੇ ਨੇ, ਉਹਨਾਂ ਦੀ ਸਹਿਮਤੀ ਵਾਲੇ ਨੇ, ਤੇ ਉਹਨਾਂ ਨੇ ਹੀ ਜਿੱਤਣਾ, ਭਾਵੇਂ ਜਿਹੜਾ ਮਰਜ਼ੀ ਮੁਕਾਬਲੇ 'ਚ ਖਲੋ ਜਾਏ। ਵੀ ਇੱਥੇ ਸਿੱਖ ਨੂੰ ਹਿੱਸਾ ਲੈਣਾ ਪੈਣਾ, ਜੋ ਆਮ ਸਿੱਖ ਹੈ। ਆਮ ਸਿੱਖ ਨੂੰ ਜਿੰਨਾ ਚਿਰ ਇਹ ਚੇਤਨਤਾ ਨਹੀਂ ਆਉਂਦੀ ਕਿ ਮੈਂ ਆਪ ਵੋਟਰ ਬਣ ਕੇ ਮੈਂ ਆਪ ਵੋਟ ਪਾਵਾਂ ਆਪਣੇ ਫਰਜ਼ ਨਾਲ, ਔਰ ਜਿਹੜਾ ਸਹੀ ਸੋਚ ਵਾਲਾ ਸਿੱਖ ਮੈਨੂੰ ਨਜ਼ਰ ਆਉਂਦਾ ਉਹਨੂੰ ਪਾਵਾਂ, ਉਹਨਾਂ ਚਿਰ ਤਬਦੀਲੀ ਨਹੀਂ ਲਿਆਈ ਜਾ ਸਕਦੀ। ਸਿਰਫ ਇਹ ਸੋਸ਼ਲ ਮੀਡੀਆ ਦੇ ਉੱਤੇ ਕਹੀ ਜਾਣਾ ਕਿ ਹੁਣ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਮੁਕਤ ਕਰਾਓ ਜੀ, ਉਹਦੇ ਨਾਲ ਨਹੀਂ ਹੋਣੀ। ਉਹਦੇ ਵਾਸਤੇ ਇੱਕ ਪੂਰੀ ਵਿਉਂਤਬੰਦੀ ਕਰਨੀ ਪੈਣੀ ਹੈ, ਇੱਕ ਕਮਿਟਮੈਂਟ ਕਰਨੀ ਪੈਣੀ ਹੈ। ਉਹਦੇ ਵਿੱਚ ਹਰ ਸਿੱਖ ਨੂੰ ਆਪਣਾ ਫਰਜ਼ ਨਿਭਾਉਣਾ ਪੈਣਾ ਵੀ ਮੈਂ ਵੋਟਰ ਵੀ ਬਣਾ, ਵੋਟ ਵੀ ਕਰਾਂ, ਪਾਵਾਂ ਵੀ, ਵੋਟਰ ਬਣਾ ਵੀ, ਵੋਟ ਪਾਵਾਂ ਵੀ, ਔਰ ਜਿਹੜੇ ਸਹੀ ਸੋਚ ਵਾਲੇ ਸਿੱਖ ਨੇ ਉਹਨਾਂ ਨੂੰ ਪਾਵਾਂ। ਇੱਕ ਆਹ ਜਿਹੜਾ ਪ੍ਰੋਵੀਜ਼ਨ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਕੋਈ ਹੈ ਨਹੀਂ, ਇਹਦੇ ਵਾਸਤੇ ਵੀ ਇੱਕ ਕਾਨੂੰਨੀ ਚਾਰਾ ਕੋਈ ਕਰਨੀ ਪਵੇ ਵੀ ਇੱਕ ਧੜੇ ਨੂੰ ਇੱਕ ਸਿੰਬਲ ਅਲਾਟ ਕਰਨਾ, ਉਹ ਗੁਰਦੁਆਰਾ ਐਕਟ ਦੇ ਵਿੱਚ ਨਹੀਂ ਹੈ, ਉਹ ਵੀ ਬੰਦ ਹੋਣਾ ਚਾਹੀਦਾ। ਇੰਡੀਵਿਜੂਅਲ ਸਿੱਖ ਖੜੇ ਹੋਣ, ਚੰਗੇ ਗੁਣਾਂ ਵਾਲੇ, ਚੰਗੇ ਕਰੈਕਟਰ ਵਾਲੇ, ਜਿਹੜੇ ਸੇਵਾ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੀ ਕੌਮ ਦੇ ਵਿੱਚ ਕੋਈ ਸੇਵਾਦਾਰ ਦੇ ਤੌਰ 'ਤੇ ਪਹਿਚਾਣ ਹੈ, ਔਰ ਜਿਹੜੇ ਸਮਝਦਾਰ ਨੇ, ਮੈਨੇਜਮੈਂਟ ਕਰ ਸਕਦੇ ਨੇ, ਉਹ ਆਉਣ, ਉਹਨਾਂ ਨੂੰ ਫਿਰ ਲੋਕੀ ਚੁਣਨ, ਤਾਂ ਹੀ ਤਬਦੀਲੀ ਲਿਆਈ ਜਾ ਸਕਦੀ ਹੈ। ਜੇ ਅਸੀਂ ਕਹੀਏ ਵੀ ਸਿਰਫ ਗੱਲਾਂ ਦੇ ਨਾਲ ਤਬਦੀਲੀ ਆ ਜਾਏਗੀ, ਕਿਉਂਕਿ ਜਿਹੜੇ ਚੋਣ 'ਚ ਅੱਜ ਬਾਦਲ ਹੋਰੀ ਹਾਰੇ ਨੇ, ਉਹਦੀਆਂ ਵੋਟਾਂ ਸਰਕਾਰ ਬਣਾਉਂਦੀ ਹੈ, ਘਰ ਜਾ ਕੇ ਬਣਾਉਂਦੀ ਹੈ। ਹਰ ਕੋਈ ਵੋਟਰ ਹੈ, ਇੱਥੇ ਵੋਟਾਂ ਆਪ ਬਣਵਾਉਣੀਆਂ ਨੇ। ਲੋਕਾਂ ਦੇ ਮਨ ਦੇ ਵਿੱਚ ਅਕਾਲੀਆਂ ਪ੍ਰਤੀ ਇਹ ਭਾਵਨਾ ਆ ਵੀ ਜਾਏ ਵੀ ਇਹਨਾਂ ਨੂੰ ਹਟਾਉਣਾ ਹੈ। ਜੇ ਉਹ ਵੋਟਰ ਹੀ ਨਹੀਂ, ਵੋਟ ਹੀ ਨਹੀਂ ਪਾਉਣਗੇ ਉਹਨਾਂ ਦੇ ਵਿਰੋਧ ਦੇ ਵਿੱਚ, ਤੇ ਫਿਰ ਕਿਵੇਂ ਹਟ ਜਾਣਗੇ? ਫਿਰ ਤਾਂ ਕਿਤੇ ਹਟ ਨਹੀਂ ਸਕਦੇ। ਉਹ ਸਰਕਾਰ ਨੇ ਨਹੀਂ ਬਣਾਉਣੀਆਂ, ਉਹ ਸਾਨੂੰ ਆਪ ਬਣਵਾਉਣੀਆਂ ਪੈਂਦੀਆਂ ਨੇ। 11 ਸਾਲ ਹੋ ਗਏ ਨੇ, 2011 ਦੇ ਵਿੱਚ ਹੋਈ ਸੀ ਇਲੈਕਸ਼ਨ ਜੋ ਐਸਜੀਪੀਸੀ ਦੀ, 11 ਸਾਲ ਹੋ ਗਏ ਨੇ। 5 ਸਾਲ ਇਲੈਕਸ਼ਨ ਕਿਉਂ ਨਹੀਂ ਹੁੰਦੇ? 5-5 ਸਾਲ ਬਾਅਦ ਕਿਉਂ ਨਹੀਂ ਹੁੰਦੇ? ਵਿਧਾਨ ਸਭਾ ਦੇ, ਲੋਕ ਸਭਾ ਦੇ ਤਾਂ ਸਿਆਸਤ ਵਾਲੇ ਪਾਸੇ ਜਾ ਕੇ ਗੱਲ ਕਰੀਏ ਤੇ ਇਲੈਕਸ਼ਨ ਹੋ ਜਾਂਦੇ ਨੇ, ਪਰ ਐਸਜੀਪੀਸੀ ਦੇ ਚੋਣਾਂ ਕਿਉਂ ਨਹੀਂ ਹੁੰਦੀਆਂ 5-5 ਸਾਲ ਬਾਅਦ? ਇਸ ਨੂੰ ਵੀ ਲੈ ਕੇ ਕਾਨੂੰਨ ਵਿੱਚ ਬਦਲਾਅ ਹੋਣਾ ਚਾਹੀਦਾ। ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਨਾ, ਤੁਸੀਂ 11 ਸਾਲ ਦੀ ਕਹਿ ਰਹੇ ਹੋ, 17 ਸਾਲ ਵੀ ਇਹ ਤੋਂ ਪਹਿਲਾਂ 26 ਸਾਲ, ਉਸ ਤੋਂ ਪਹਿਲਾਂ 26 ਸਾਲ। ਟੋੜਾ ਸਾਹਿਬ 26 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਔਰ ਹਰ ਸਾਲ ਚੁਣੇ ਜਾਂਦੇ ਰਹੇ। ਇਸ ਲਈ ਨਹੀਂ ਕਿ ਹਰ ਸਾਲ ਇਲੈਕਸ਼ਨਾਂ ਹੁੰਦੀਆਂ ਸਨ, 5 ਸਾਲ ਬਾਅਦ ਵੀ ਨਹੀਂ ਸੀ ਹੁੰਦੀਆਂ। ਜਿਹੜੇ ਚੁਣੇ ਹੋਏ ਮੈਂਬਰ ਨੇ ਉਹਨਾਂ ਨੇ ਹੀ ਚੁਣਨਾ ਹੁੰਦਾ ਸੀ, ਤੇ ਉਹ ਹਰ ਵਾਰੀ ਜਿਹੜਾ ਉਹਨਾਂ ਦਾ ਧੜਾ ਬਣਿਆ ਹੋਇਆ ਸੀ ਉਹਨਾਂ ਨੂੰ ਚੁਣ ਲੈਂਦੇ ਸੀ। ਜਿਹੜਾ ਗੁਰਦੁਆਰਾ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਉਹ ਇਹ ਹੈ ਕਿ ਜਿਹੜਾ ਮੈਂਬਰ ਅੱਜ ਚੁਣਿਆ ਜਾਏਗਾ ਉਹਦਾ ਟਰਮ ਜਿਹੜਾ 5 ਸਾਲ ਦਾ ਹੋਏਗਾ। ਲੇਕਿਨ ਜੇ ਇਲੈਕਸ਼ਨ ਨਹੀਂ ਹੁੰਦਾ ਤੇ ਜਿੰਨਾ ਚਿਰ ਅਗਲਾ ਇਲੈਕਸ਼ਨ ਨਹੀਂ ਹੁੰਦਾ ਉਹਨਾਂ ਚਿਰ ਉਹ ਚੱਲੇਗਾ, ਮੈਂਬਰ ਉਹ ਕੰਟੀਨਿਊ ਰਹੇਗਾ। ਆਹ ਜਿਹੜਾ ਸਭ ਤੋਂ ਡੈਮੇਜਿੰਗ ਹੈ, ਉਹਦੇ ਵਿੱਚ ਇੱਕ ਸਟ੍ਰਿਕਟਨੈਸ ਹੋਣੀ ਚਾਹੀਦੀ ਹੈ ਕਿ 5 ਸਾਲਾਂ ਦੇ ਬਾਅਦ ਇਲੈਕਸ਼ਨ ਹੋਏਗਾ ਹੀ ਹੋਏਗਾ। ਇਹ ਇੱਥੇ ਗੈਪ ਹੈ ਕਾਨੂੰਨ ਨੂੰ ਲੈ ਕੇ। ਇਹ ਕਾਨੂੰਨ ਦੇ ਵਿੱਚ ਇਹ ਨੁਕਤਾ ਹੈ ਜਿਹਦਾ ਫਾਇਦਾ ਉਹ ਚੁੱਕ ਲੈਂਦੇ ਨੇ। ਉਹਦੇ ਇਹ ਬਣਵਾਇਆ ਵੀ ਨਹੀਂ ਕਿਸੇ ਨੇ ਕਾਨੂੰਨ, ਇਹ ਕਿਹਾ ਵੀ ਨਹੀਂ ਕਿਸੇ ਨੇ। ਨਹੀਂ, ਇਹ ਬਣਿਆ ਤਾਂ ਸ਼ੁਰੂ ਤੋਂ ਹੀ ਹੋਇਆ, ਇਹੀ ਕਾਨੂੰਨ ਬਣਿਆ ਹੋਇਆ। ਅੱਛਾ, ਖਾਲਸਾ ਇੱਕ ਹੋਰ ਫਿਰ ਗੱਲ ਹੈ, ਐਸਜੀਪੀਸੀ ਕਿਉਂ ਨਹੀਂ ਕਹਿੰਦੀ ਚਿੱਠੀ ਦਾ ਹੀ? ਨਹੀਂ, ਕਹਿਣਾ ਚਾਹੀਦਾ ਇਹਨਾਂ ਨੂੰ। ਇਹ ਕੋਈ ਚਿੱਠੀ ਤੁਹਾਡੇ ਸਾਹਮਣੇ ਦਸਤਾਵੇਜ਼ ਕੋਈ ਹੈਗਾ? ਉਹਨਾਂ ਦੇ ਪੈਰਾਂ ਹੱਥੇ ਬਟੇਰਾ ਆਇਆ ਹੋਇਆ, ਉਹ ਕਿਉਂ ਛੱਡਣਗੇ? ਇਹ ਜਿਹੜਾ ਤੁਹਾਡਾ ਸਵਾਲ ਹੈ ਨਾ, ਉਹ ਜੇ ਉਹਨਾਂ 'ਚ ਇਹ ਸਿੰਸੈਰਿਟੀ ਹੋਵੇ ਵੀ ਅਸੀਂ ਇਸ ਸੰਸਥਾ ਨੂੰ ਜਿਹੜਾ ਇੱਕ ਸਿਸਟਮ ਨਾਲ, ਨੇਮ ਨਾਲ ਚਲਾਉਣਾ, ਯੋਗ ਵਿਅਕਤੀ ਜਿਹੜੇ ਆਉਣ, ਤੇ ਫਿਰ ਤੇ ਉਹ ਕਹਿਣ। ਉਹਨਾਂ ਨੂੰ ਪ੍ਰਧਾਨਗੀ ਮਿਲੀ ਹੋਈ ਹੈ, ਉਹਨਾਂ ਦੀ ਕਮੇਟੀ ਬਣੀ ਹੋਈ ਹੈ, ਉਹਨਾਂ ਦੀਆਂ ਚੌਧਰਾਂ ਬਣੀਆਂ ਹੋਈਆਂ ਨੇ। ਉੱਥੇ ਗੁਰਦੁਆਰਾ ਐਕਟ ਕਹਿੰਦਾ ਵੀ ਜਿਹੜਾ ਸ਼ਰਾਬ ਪੀਣ ਵਾਲਾ ਹੈ ਉਹ ਐਸਜੀਪੀਸੀ ਮੈਂਬਰ ਨਹੀਂ ਬਣ ਸਕਦਾ, ਵੋਟਰ ਵੀ ਨਹੀਂ ਬਣ ਸਕਦਾ। ਤੇ ਇਹਨਾਂ ਦੇ ਮੈਂਬਰਾਂ ਦੀਆਂ ਪਤਾ ਨਹੀਂ ਕਿੰਨੀਆਂ ਵੀਡੀਓ ਜਾਰੀ ਹੋ ਗਈਆਂ, ਤੇ ਉਹ ਫਿਰ ਵੀ ਮੈਂਬਰ ਨੇ, ਕਿਉਂਕਿ ਉਹਨਾਂ ਦੇ ਖਿਲਾਫ ਜਿਹੜਾ ਕਿਸੇ ਨੇ ਸਬੂਤ ਲੈ ਕੇ ਕੋਈ ਸ਼ਿਕਾਇਤ ਨਹੀਂ ਕੀਤੀ, ਕੁਛ ਨਹੀਂ ਕੀਤਾ। ਇਹ ਜਿਹੜਾ ਲਕੂਨਾ ਛੱਡ ਦਿੱਤਾ ਗਿਆ ਉਸ ਵੇਲੇ ਕਿ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦਾ ਉਹਨਾਂ ਚਿਰ ਉਹ ਮੈਂਬਰ ਰਹੇਗਾ, ਉਹਦਾ ਫਾਇਦਾ ਚੁੱਕ ਰਹੇ ਨੇ। ਇਹ ਜ਼ੋਰ ਪਾਉਂਦੇ ਨਹੀਂ
ਹੋਰ ਕੋਈ ਕਾਨੂੰਨੀ ਸਹਾਰਾ ਲੈਂਦਾ ਵੀ ਹੈ ਤੇ ਕਾਨੂੰਨ ਕਹਿੰਦਾ ਵੀ ਜਿੰਨਾ ਚਿਰ ਅਗਲਾ ਇਲੈਕਸ਼ਨ ਨਹੀਂ ਹੁੰਦਾ ਉਹਨਾਂ ਚਿਰ ਉਹ ਮੈਂਬਰ ਰਹਿ ਸਕਦਾ ਹੈ। ਇਸ ਕਰਕੇ ਉਹਦਾ ਪੂਰਾ ਪ੍ਰੈਸ਼ਰ ਬਣਦਾ ਨਹੀਂ। ਇਹਨੂੰ ਪੋਲੀਟੀਕਲ ਲੈਵਲ ਦੇ ਉੱਤੇ ਸੋਲਵ ਹੋਣਾ ਚਾਹੀਦਾ ਹੈ। ਪੋਲੀਟੀਕਲੀ ਇਹ ਪ੍ਰੈਸ਼ਰ ਬਣਨਾ ਚਾਹੀਦਾ ਹੈ ਕਿ ਗੁਰਦੁਆਰਾ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੋਵੇ ਵੀ ਹਰ 5 ਸਾਲ ਦੇ ਬਾਅਦ ਇਲੈਕਸ਼ਨ ਹੋਏਗੀ, ਜਿਵੇਂ ਦਿੱਲੀ ਗੁਰਦੁਆਰਾ ਐਕਟ ਦੇ ਵਿੱਚ ਹੈ ਪ੍ਰੋਵੀਜ਼ਨ। ਅੱਛਾ ਖਾਲਸਾ ਜੀ, ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ ਕਿ 3 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਆ ਕੇ ਰੁਕ ਜਾਂਦੀ ਹੈ, ਉਸ ਤੋਂ ਬਾਅਦ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਬਹੁਤ ਹੀ ਘਾਤਕ ਸਿੱਧ ਹੋਊਗਾ ਸਿੱਖਾਂ ਵਾਸਤੇ। ਉਸ ਤੋਂ ਬਾਅਦ ਫਿਰ ਇੱਕ ਰੋਸ ਚੱਲਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ, ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਉਹ ਪੂਰੇ ਕੌਮ ਦੇ ਜਥੇਦਾਰ ਨੇ, ਨਾ ਕਿ ਇੱਕ ਸਿਆਸੀ ਪਾਰਟੀ ਦੇ। ਫਿਰ ਜੇ ਚੋਣਾਂ ਨਹੀਂ ਹੁੰਦੀਆਂ ਫਿਰ ਇਸੇ ਤਰੀਕੇ ਨਾਲ ਕੰਟੀਨਿਊ ਚੱਲਦੇ ਆਉਣਗੇ ਕਿ ਫਿਰ ਦੁਬਾਰਾ ਕੋਈ ਸਟੇਟਮੈਂਟ ਆ ਸਕਦੀ ਹੈ? ਕਿਉਂਕਿ ਜੇ ਜਥੇਦਾਰ ਪੂਰੇ ਕੌਮ ਦੇ ਨੇ ਫਿਰ ਇੱਕ ਸਿਆਸੀ ਪਾਰਟੀ ਵਾਸਤੇ ਕਿਉਂ ਬਿਆਨ ਦੇ ਨੇ? ਫਿਰ ਬਾਕੀ ਪਾਰਟੀਆਂ ਵੀ ਤਾਂ ਹਾਰੀਆਂ ਨੇ ਉਸ ਵਿੱਚ। ਮੈਂ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਣਾ, ਤੁਹਾਡੇ ਸਵਾਲ 'ਤੇ ਤੁਹਾਨੂੰ ਸਵਾਲ ਕਰਨਾ ਹੈ। ਤੁਹਾਨੂੰ ਕਿਹਨੇ ਕਿਹਾ ਕਿ ਕੌਮ ਦੇ ਜਥੇਦਾਰ ਨੇ? ਕਿਹੜੀ ਕੌਮ ਨੇ ਲਾਇਆ ਉਹਨਾਂ ਨੂੰ? ਉਹਨਾਂ ਨੂੰ ਲਾਇਆ ਪ੍ਰਕਾਸ਼ ਸਿੰਘ ਬਾਦਲ ਨੇ, ਜਾਂ ਸੋ ਸੈਡ ਸ਼੍ਰੋਮਣੀ ਕਮੇਟੀ ਨੇ। ਸ਼੍ਰੋਮਣੀ ਕਮੇਟੀ ਉਹ ਕਰਦੀ ਹੈ ਜੋ ਪ੍ਰਕਾਸ਼ ਸਿੰਘ ਬਾਦਲ ਕਹਿੰਦਾ। ਉਹ ਪ੍ਰਕਾਸ਼ ਸਿੰਘ ਬਾਦਲ ਦੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਰਾਹੀਂ, ਥਰੂ ਸ਼੍ਰੋਮਣੀ ਕਮੇਟੀ। ਕਹਿਣ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਪਰ ਅਸਲ ਕਿਉਂਕਿ ਕੰਟਰੋਲ ਸ਼੍ਰੋਮਣੀ ਕਮੇਟੀ ਦੇ ਉੱਤੇ ਬਾਦਲ ਦਲ ਦਾ, ਬਾਦਲ ਧੜੇ ਦਾ, ਅਤੇ ਉਹਨਾਂ ਦਾ ਜਥੇਦਾਰ ਹੈ ਅਤੇ ਉਹਨਾਂ ਦੀ ਗੱਲ ਕਰੇਗਾ। ਇਹ ਆਸ ਹੀ ਕਰਨੀ ਕਿ ਉਹ ਆਮ ਸਿੱਖ ਦੀ ਗੱਲ ਕਰੇਗਾ, ਆਮ ਸਿੱਖਾਂ ਨੇ ਥੋੜ੍ਹੀ ਲਾਇਆ। ਜੇ ਕੱਲ੍ਹ ਨੂੰ ਉਤਾਰਨਾ ਤੇ ਆਮ ਸਿੱਖ ਨੇ ਥੋੜ੍ਹੀ ਉਤਾਰਨਾ, ਬਾਦਲ ਨੇ ਉਤਾਰਨਾ, ਉਹਦੇ ਪੁੱਤ ਨੇ ਉਤਾਰਨਾ ਸ਼੍ਰੋਮਣੀ ਕਮੇਟੀ ਦਾ ਨਾਮ ਵਰਤ ਕੇ। ਇਹ ਇੱਕ ਬੜਾ ਵੱਡਾ ਭਰਮ ਜਾਲ ਹੈ ਕਿ ਜੀ ਕੌਮ ਦਾ ਜਥੇਦਾਰ ਹੈ, ਕੌਮ ਦਾ ਜਥੇਦਾਰ ਫਿਰ ਕੌਮ ਚੁਣੇਗੀ। ਕੌਮ ਦਾ ਜਥੇਦਾਰ ਉਹ ਹੋਏਗਾ ਜਿਹਨੂੰ ਕੌਮ ਚੁਣੇਗੀ, ਜਿਹਨੂੰ ਹਰ ਸਿੱਖ ਚੁਣੇਗਾ। ਉਹਦੇ ਵਿੱਚ ਇੱਕ ਆਰਗੂਮੈਂਟ ਦਿੱਤਾ ਜਾਂਦਾ ਹੈ ਕਿ ਜੀ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਨੇ ਚੁਣਿਆ ਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਲਾਇਆ, ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੈ। ਇਹੀ ਆਰਗੂਮੈਂਟ ਦਿੱਤਾ ਜਾਂਦਾ ਹੈ ਨਾ। ਜ਼ਰਾ ਟੋਟਲ ਸਿੱਖਾਂ ਦੀ ਕਿੰਨੀ ਗਿਣਤੀ ਹੈ, ਉਹਦੇ ਵਿੱਚੋਂ ਕਿੰਨੇ ਵੋਟਰ ਨੇ, ਉਹ ਕੱਢ ਕੇ ਦੇਖ ਲਓ। ਦਿਸ ਇਜ਼ ਨਾਟ 15% ਆਫ ਦਾ ਟੋਟਲ ਸਿੱਖ ਪਾਪੂਲੇਸ਼ਨ। 85% ਨੇ ਤਾਂ ਵੋਟ ਹੀ ਨਹੀਂ ਪਾਇਆ। ਫਿਰ ਸਿੱਖਾਂ ਦਾ ਚੁਣਿਆ ਹੋਇਆ ਕਿਵੇਂ ਹੋਇਆ, ਤੇ ਸਿੱਖਾਂ ਦਾ ਜਥੇਦਾਰ ਕਿਵੇਂ ਹੋਇਆ, ਤੇ ਸ਼੍ਰੋਮਣੀ ਕਮੇਟੀ ਸਿੱਖਾਂ ਨੇ ਕਿਵੇਂ ਚੁਣੀ ਹੋਈ? ਫਿਰ ਇਸੇ ਸਵਾਲ ਨਾਲ ਇੱਕ ਸਵਾਲ ਹੋਰ ਵੀ ਹੁੰਦਾ ਹੈ ਜੋ ਤੁਹਾਨੂੰ ਦਰਸ਼ਕ ਦੇਖ ਰਹੇ ਨੇ, ਜੇ ਕੱਲ੍ਹ ਨੂੰ ਕਿਸੇ ਨੂੰ ਤਲਬ ਕਰਨ ਫਿਰ ਉਹ ਜਾਣ ਕਿ ਨਾ ਜਾਣ ਲੋਕ ਉੱਥੇ, ਜੇ ਕਿਸੇ ਨੂੰ ਵੀ ਤਲਬ ਕਰ ਲੈਂਦੇ ਨੇ? ਦੇਖੋ ਗੱਲ ਇਹ ਹੈ, ਇਹ ਤਾਂ ਹਰ ਇੱਕ ਦੀ ਆਪਣੀ ਮਾਨਸਿਕ ਸਥਿਤੀ ਹੈ। ਜਿਹੜੀ ਗੱਲ ਮੈਂ ਕਹੀ ਹੈ ਇਹ ਕਹਿਣ ਨੂੰ ਕਿੰਨੇ ਤਿਆਰ ਹੋਣਗੇ? ਤੁਸੀਂ ਤਾਂ ਜਾਣ ਦੀ ਗੱਲ ਬਹੁਤ ਵੱਡੀ ਕਰ ਦਿੱਤੀ ਨਾ। ਇਹ ਗੱਲ ਕਹਿਣ ਨੂੰ ਕਿੰਨੇ ਤਿਆਰ ਹੋਣਗੇ? ਜਿਹੜੇ ਕਹਿਣ ਨੂੰ ਹੀ ਤਿਆਰ ਨਹੀਂ। ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਸੀ ਨਾ ਗੁਰੂ ਨਾਨਕ ਸਾਹਿਬ ਨੇ, ਉਹ ਇਹ ਕੀਤਾ ਸੀ ਕਿ ਆਮ ਮਨੁੱਖ ਨੂੰ ਪੁਜਾਰੀ ਸ਼੍ਰੇਣੀ ਦੀ ਮਾਨਸਿਕ ਗੁਲਾਮੀ ਤੋਂ ਆਜ਼ਾਦ ਕਰਾਇਆ ਸੀ। ਸਮਾਜ ਬ੍ਰਾਹਮਣ ਦੀ ਮਾਨਸਿਕ ਗੁਲਾਮੀ ਭੁਗਤ ਰਿਹਾ ਸੀ, ਸਮਾਜ ਮੁੱਲਿਆਂ ਦੀ ਮਾਨਸਿਕ ਗੁਲਾਮੀ ਭੁਗਤ ਰਿਹਾ ਸੀ। ਜਿੰਨੀਆਂ ਕੌਮਾਂ ਦੇ ਧਾਰਮਿਕ ਆਗੂ ਬਣੇ ਹੋਏ ਨੇ, ਉਹਨਾਂ ਨੇ ਮਾਨਸਿਕ ਤੌਰ 'ਤੇ ਸਮਾਜ ਨੂੰ ਗੁਲਾਮ ਬਣਾਇਆ ਸੀ। ਗੁਰੂ ਨਾਨਕ ਸਾਹਿਬ ਨੇ ਆਜ਼ਾਦ ਕਰਾਇਆ ਸੀ, ਉਹਨਾਂ ਕੋਲੋਂ ਮੁਕਤ ਕਰਾਇਆ ਸੀ। ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਆਹ ਸਾਰੇ ਹੀ ਜਿਹੜੇ ਨੇ ਕਿਸੇ ਕੰਮ ਦੇ ਨਹੀਂ। ਕਾਦੀ ਕੂੜ ਬੋਲ ਮਲ ਖਾਏ, ਬਾਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਹ ਜਾੜੇਗਾ ਬੰਦ। ਕਿਵੇਂ ਕਰਨਾ, ਮੈਨੂੰ ਗੱਲ ਕਰਦੇ ਕਰਦੇ ਇੱਕਦਮ ਭੁੱਲ ਗਿਆ ਸੀ। ਉਹ ਤਾਂ ਕਹਿੰਦੇ ਨੇ ਕਾਜੀ ਜਿਹੜਾ ਝੂਠ ਬੋਲ ਕੇ ਗੰਦ ਖਾ ਰਿਹਾ, ਕਾਦੀ ਕੂੜ ਬੋਲ ਮਲ ਖਾਏ, ਬਾਮਣ ਨਾਵੇ ਜੀਆਂ ਕਾਏ, ਲੋਕਾਂ ਦਾ ਲਹੂ ਪੀ ਕੇ ਤੇ ਬ੍ਰਾਹਮਣ ਨਹਾ ਰਿਹਾ, ਆਪਣੇ ਆਪ ਨੂੰ ਪਵਿੱਤਰ ਦੱਸ ਰਿਹਾ। ਜੋਗੀ ਜੁਗਤ ਨਾ ਜਾਣੇ ਅੰਧ, ਆਪ ਜੀਵਨ ਦੀ ਜਾਚ ਨਹੀਂ, ਪਹਾੜਾਂ 'ਚ ਭੱਜਾ ਫਿਰਦਾ ਤੇ ਲੋਕਾਂ ਨੂੰ ਧਰਮ ਦੱਸ ਰਿਹਾ। ਤੀਨੇ ਉਜਾੜੇ ਕਾ ਬੰਦ, ਤਿੰਨੇ ਉਜਾੜੇ ਦਾ ਕਾਰਨ ਨੇ। ਸਤਿਗੁਰੂ ਨੇ ਇਹਨਾਂ ਸਾਰਿਆਂ ਤੋਂ ਮੁਕਤ ਕਰਾਇਆ ਸੀ। ਅੱਜ ਜਥੇਦਾਰ ਦੇ ਨਾਂ ਦੇ ਉੱਤੇ, ਪੁਜਾਰੀਆਂ ਦੇ ਨਾਂ ਉੱਤੇ, ਗ੍ਰੰਥੀ ਸਾਹਿਬ ਦੇ ਨਾਂ ਉੱਤੇ ਸਿੱਖ ਕੌਮ ਨੂੰ ਮੁੜ ਕੇ ਉਹ ਮਾਨਸਿਕ ਗੁਲਾਮ ਬਣਾਇਆ ਜਾ ਰਿਹਾ। ਇਹ ਮਾਨਸਿਕ ਗੁਲਾਮੀ ਦਾ ਪ੍ਰੋਵੀਜ਼ਨ ਸਿੱਖੀ ਦੇ ਵਿੱਚ ਨਹੀਂ ਹੈ। ਜਿਹੜਾ ਤੁਸੀਂ ਹੁਣੇ ਗੱਲ ਕੀਤੀ ਨਾ, ਉਹ ਮਾਨਸਿਕ ਗੁਲਾਮੀ ਆ ਚੁੱਕੀ ਹੈ। ਜਿਹੜਾ ਉਹਨਾਂ ਦੇ ਖਿਲਾਫ ਬੋਲਣਾ ਕੋਈ ਨਹੀਂ ਚਾਹੁੰਦਾ, ਉਹ ਮਾਨਸਿਕ ਗੁਲਾਮੀ ਹੈ। ਜਿਹੜਾ ਜਾ ਕੇ ਉਹਦੇ ਅੱਗੇ ਜਾ ਕੇ ਖੜੇ ਹੋ ਜਾਂਦੇ, ਹੱਥ ਬੰਨ੍ਹ ਕੇ ਪੇਸ਼ ਹੋ ਜਾਂਦੇ ਨੇ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਰਜਿੰਦਰ ਸਿੰਘ ਖਾਲਸਾ। ਇੰਟਰੋ ਕਰਨ ਦਾ ਮਕਸਦ ਇਹ ਸੀ ਕਿ ਸੋਸ਼ਲ ਮੀਡੀਆ ਉੱਤੇ ਬੜੀ ਚਰਚਾ ਚੱਲਦੀ ਹੈ ਹਰ ਪਾਸੇ। ਕੋਈ ਸ਼ਖਸ ਕਹਿੰਦੇ ਵੀ ਨੇ, ਸਿੱਖ ਵੀ ਕਹਿੰਦੇ ਨੇ ਕਿ ਕਿਉਂ
ਕਿਉਂ ਐਸਜੀਪੀਸੀ ਦੇ ਵਿੱਚ ਬਦਲਾਵ ਨਹੀਂ ਹੁੰਦਾ, ਕਿਉਂ ਨਹੀਂ ਮੈਂਬਰ ਬਦਲੇ ਜਾਂਦੇ। ਤੁਸੀਂ ਸੁਣ ਲਿਆ ਕਿ ਪਿਛਲੇ 11 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ, ਉਸ ਤੋਂ ਪਹਿਲਾਂ 17 ਸਾਲ 26 ਸਾਲ ਦਾ ਵੀ ਜ਼ਿਕਰ ਹੁੰਦਾ ਵੀ ਚੋਣਾਂ ਨਹੀਂ ਹੋਈਆਂ ਸਨ। ਚੋਣਾਂ ਦੇ ਵਿੱਚ ਤੁਹਾਨੂੰ ਖੁਦ ਨੂੰ ਭਾਗ ਲੈਣਾ ਪੈਣਾ। ਇਹ ਸਿਆਸੀ ਚੋਣ ਨਹੀਂ, ਧਾਰਮਿਕ ਚੋਣ ਹੈ। ਸਿਆਸੀ ਚੋਣ ਦੇ ਵਿੱਚ ਖੁਦ ਸਰਕਾਰ ਤੁਹਾਡੇ ਘਰ ਆ ਕੇ ਤੁਹਾਡਾ ਵੋਟਰ ਕਾਰਡ ਜਾਂ ਸ਼ਨਾਖਤੀ ਕਾਰਡ ਬਣਾ ਕੇ ਜਾਂਦੀ ਹੈ, ਪਰ ਧਾਰਮਿਕ ਚੋਣ ਵਾਸਤੇ ਤੁਹਾਨੂੰ ਜਾ ਕੇ ਕਹਿਣਾ ਪੈਣਾ, ਤੁਹਾਨੂੰ ਜਾ ਕੇ ਗੱਲ ਰੱਖਣੀ ਪੈਣੀ ਹੈ ਵੀ ਸਾਡਾ ਵੋਟ ਬਣਾਓ, ਅਸੀਂ ਵੋਟ ਕਰਨੀ ਹੈ। ਐਸਜੀਪੀਸੀ ਦੇ ਮੈਂਬਰ ਚੁਣਨੇ ਨੇ, ਉਸ ਤੋਂ ਬਾਅਦ ਜਿੰਨੇ ਵੀ ਜਿਸ ਜ਼ਿਆਦਾ ਮੈਂਬਰ ਹੋਣਗੇ, ਜਿਸ ਧੜੇ ਦੇ ਚੁਣੇ ਜਾਣਗੇ, ਉਸ ਦੇ ਹੀ ਜਾ ਕੇ ਨੁਮਾਇੰਦੇ ਜੋ ਨੇ ਉੱਥੇ ਬੈਠਣਗੇ ਤੇ ਉਹ ਸੇਵਾ ਕਰਨਗੇ। ਪਰ ਸਭ ਤੋਂ ਅਹਿਮ ਸਵਾਲ ਹੋ ਜਾਂਦਾ ਵੀ ਜਦੋਂ ਚਰਚਾ ਚੱਲ ਪੈਂਦੀ ਹੈ ਕਿ ਵਾਕਈ ਸਿੱਖ ਇਸ ਚੀਜ਼ ਤੋਂ ਅਣਜਾਣ ਨੇ, ਕਿ ਸਿੱਖ ਕੌਮ ਇਸ ਚੀਜ਼ ਤੋਂ ਅਣਜਾਣ ਹੈ ਕਿ ਇਸ ਦਾ ਵੋਟਰ ਦਾ ਪ੍ਰੋਸੈਸ ਕੀ ਹੁੰਦਾ ਹੈ, ਕਿਵੇਂ ਵੋਟ ਪੈਣੀ ਹੈ, ਕਿਵੇਂ ਨਹੀਂ ਪੈਣੀ। ਤਾਂ ਸਾਡੇ ਨਾਲ ਬਣੇ ਰਹਿਣਾ, ਕੋਸ਼ਿਸ਼ ਇਹੀ ਕਰਾਂਗੇ ਤੁਹਾਨੂੰ ਹੋਰ ਜਿਹੜੀਆਂ ਸ਼ਖਸੀਅਤਾਂ ਨੇ ਜੋ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ ਉਹਨਾਂ ਨਾਲ ਮੁਲਾਕਾਤ ਕਰੀਏ, ਉਹਨਾਂ ਨਾਲ ਚਰਚਾ ਕਰੀਏ, ਉਹਨਾਂ ਨੂੰ ਚਰਚਾ ਵਿੱਚ ਲਿਆ ਕੇ ਹੋਰ ਸਵਾਲ ਕਰੇ ਜਾਣ ਕਿਸ ਤਰੀਕੇ ਨਾਲ ਲੋਕ ਜੋ ਨੇ ਉਹ ਐਸਜੀਪੀਸੀ ਦੇ ਵਿੱਚ ਜਾ ਸਕਦੇ ਨੇ, ਆਮ ਸਿੱਖ ਕਿਵੇਂ ਜਾ ਸਕਦਾ ਚੋਣਾਂ ਰਾਹੀਂ, ਕੀ ਚੋਣਾਂ ਦੀ ਵਿਧੀ ਹੈ। ਹੋਰ ਕੋਸ਼ਿਸ਼ ਕਰਾਂਗੇ ਕਾਨੂੰਨ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਇਹੀ ਕਰਾਂਗੇ ਵੀ ਹੋਰ ਵੀ ਬੁੱਧੀਜੀਵੀ ਆ ਕੇ ਇਸ ਮੰਚ ਤੇ ਗੱਲਬਾਤ ਕਰਨ, ਉਹ ਤੁਹਾਨੂੰ ਸਹੀ ਤੇ ਸਪਸ਼ਟ ਜਾਣਕਾਰੀ ਮਿਲੀ ਜਾਵੇ।